ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਮੈਂ ਤੁਹਾਡੀ ਹੋਸਟ ਆਸ਼ਮਿਤਾ ਸਾਰਿਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਬਹੁਤ ਹੀ ਸਪੈਸ਼ਲ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਅੱਜ ਹਾਜ਼ਰ ਹੋਏ ਹਾਂ। ਉੱਦਾਂ ਤਾਂ ਸਾਨੂੰ ਅਕਸਰ ਤੁਹਾਡੇ ਨਾਲ ਨਿਊਜ਼, ਬ੍ਰੇਕਿੰਗ ਨਿਊਜ਼, ਹੈਡਲਾਈਨਸ, ਕਰੰਟ ਇਵੈਂਟਸ ਅਸੀਂ ਪੇਸ਼ ਕਰਦੇ ਹਾਂ ਤੁਹਾਡੇ ਅੱਗੇ, ਬਟ ਜਦੋਂ ਕਦੀ ਕਵਾਰ ਮੌਕਾ ਮਿਲਦਾ ਹੈ ਕੁਛ ਇਹੋ ਜਿਹੇ ਸੱਭਿਆਚਾਰਕ ਪ੍ਰੋਗਰਾਮਸ ਪੇਸ਼ ਕਰਨ ਦਾ, ਖਾਸ ਕਰਕੇ ਜੋ ਨਾ ਕਿ ਸਿਰਫ ਸਾਡੀ ਸਿੱਖੀ ਦੇ ਨਾਲ, ਸਾਡੇ ਸ਼ਬਦਾਂ ਦੇ ਨਾਲ ਜੁੜੀ ਹੋਈ ਅਤੇ ਉਨ ਸ਼ਬਦਾਂ ਨੂੰ ਲੈ ਕੇ ਜੋ ਰਿਸਰਚ, ਜੋ ਲਿਟਰੇਚਰ ਅਤੇ ਹੋਰ ਪਬਲੀਕੇਸ਼ਨਸ ਅੱਗੇ ਆ ਰਹੀਆਂ ਉਹਨਾਂ ਦੇ ਨਾਲ ਜੁੜੀ ਹੋਈ ਕੋਈ ਵੀ ਟੌਪਿਕ ਲੈ ਕੇ ਆਉਣ ਦਾ ਸਾਨੂੰ ਮੌਕਾ ਮਿਲਦਾ ਹੈ ਅਤੇ ਸਾਡੇ ਲਈ ਇਹ ਇੱਕ ਬਹੁਤ ਸਪੈਸ਼ਲ ਟਰੀਟ ਹੁੰਦੀ ਹੈ। ਅਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵੀ ਨਾ ਕਿ ਸਿਰਫ ਅਸੀਂ ਤੁਹਾਡੇ ਲਈ ਇਹੋ ਜਿਹਾ ਇੱਕ ਟੌਪਿਕ ਲੈ ਕੇ ਆਏ ਹਾਂ, ਬਟ ਇੱਕ ਇਹੋ ਜਿਹਾ ਗੈਸਟ ਲੈ ਕੇ ਆਏ ਹਾਂ ਜੋ ਕਿ ਇਸ ਏਰੀਆ ਦੇ ਵਿੱਚ ਨਾ ਕਿ ਇੱਕ ਐਕਸਪਰਟੀਜ਼ ਰੱਖਦੇ ਹੈ, ਬਟ ਜੋ ਕੁਛ ਇਨੀਸ਼ੀਏਟਿਵਸ ਦੇ ਨਾਲ ਉਹ ਜੁੜੇ ਹੋਏ ਹੈ ਉਹ ਇਸ ਰਿਸਰਚ ਨੂੰ ਅੱਗੇ ਵਧਾ ਰਹੇ ਹੈ, ਨਾ ਕਿ ਸਿਰਫ ਇੰਡੀਆ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ, ਬਟ ਇੱਥੇ ਯੂਨਾਈਟਿਡ ਸਟੇਟਸ ਦੇ ਵਿੱਚ ਵੀ। ਸੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਇੰਟਰੋਡਿਊਸ ਕਰਾਉਂਦੇ ਹੋਏ ਸਾਡੇ ਗੈਸਟ ਤੇ ਇੱਕ ਇਹੋ ਜਿਹੀ ਸੰਸਥਾ ਜੋ ਇਨ ਕੰਮਾਂ ਦੇ ਵਿੱਚ ਡਟ ਕੇ ਲੱਗੀ ਹੋਈ ਹੈ। ਸੋ ਸਭ ਤੋਂ ਪਹਿਲੇ ਤਾਂ ਅੱਜ ਸ਼ਾਮ ਦੇ ਗੈਸਟ ਨੂੰ ਸਵਾਗਤ ਕਰਦੇ ਹਾਂ। ਸਾਡੇ ਨਾਲ ਜੁੜ ਰਹੇ ਹਨ ਅੱਜ ਪ੍ਰੋਫੈਸਰ ਜਗਦੀਸ਼ ਸਿੰਘ ਜੀ। ਸਭ ਤੋਂ ਪਹਿਲੇ ਪ੍ਰੋਫੈਸਰ ਜਗਦੀਸ਼ ਜੀ, ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ। ਸਤਿ ਸ੍ਰੀ ਅਕਾਲ। ਪ੍ਰੋਫੈਸਰ ਜਗਦੀਸ਼ ਸਿੰਘ ਜੀ, ਤੁਸੀਂ ਉੱਦਾਂ ਤਾਂ ਨਾਰਮਲੀ ਅੰਮ੍ਰਿਤਸਰ ਵਿੱਚ ਹੁੰਦੇ ਹੋ, ਬਟ ਅੱਜ ਤੁਸੀਂ ਸਾਡੇ ਨਾਲ ਯੂਨਾਈਟਿਡ ਸਟੇਟਸ ਕੈਂਟਨ ਮਿਸ਼ੀਗਨ ਤੋਂ ਜੁੜ ਰਹੇ ਹੋ। ਤਾਂ ਸਭ ਤੋਂ ਪਹਿਲੇ ਤਾਂ ਤੁਹਾਡਾ USA ਦੇ ਵਿੱਚ ਸਵਾਗਤ। ਕਾਫੀ ਤੁਹਾਡਾ ਲੰਬਾ ਟੂਰ ਇੱਥੇ ਰਿਹਾ ਹੈ। ਉਹਨਾਂ ਦੇ ਇਸ ਟੂਰ ਬਾਰੇ ਵੀ ਗੱਲ ਮੈਂ ਤੁਹਾਡੇ ਤੋਂ ਜ਼ਰੂਰ ਕਰਨਾ ਚਾਹਾਂਗੀ, ਬਟ ਸਭ ਤੋਂ ਪਹਿਲੇ ਪ੍ਰੋਫੈਸਰ, ਜਿਸ ਸੰਸਥਾ ਨੂੰ ਲੈ ਕੇ ਤੁਸੀਂ ਅੱਜ ਸਾਡੇ ਨਾਲ ਕੁਝ ਗੱਲਾਂ ਸ਼ੇਅਰ ਕਰਨ ਜਾ ਰਹੇ ਹੋ, ਮੈਂ ਉਸ ਸੰਸਥਾ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਨਾ ਚਾਹੁੰਦੀ ਹਾਂ। ਨਾਦ ਪ੍ਰਕਾਸ਼ ਸੰਸਥਾ ਜੋ ਕਿ ਅੰਮ੍ਰਿਤਸਰ ਦੇ ਵਿੱਚ ਬੇਸਡ ਹੈ, ਪਿਛਲੇ ਕਿੰਨੇ ਸਾਲਾਂ ਤੋਂ, ਲਗਭਗ 10 ਸਾਲਾਂ ਤੋਂ ਸਕਾਲਰਸ, ਰਿਸਰਚਰਸ, ਟੀਚਰਸ, ਸਟੂਡੈਂਟਸ ਨੂੰ ਜੋੜ ਕੇ ਰੱਖ ਰਹੀ ਹੈ, ਜੋ ਕਿ ਹਾਇਰ ਐਜੂਕੇਸ਼ਨ ਦੇ ਵਿੱਚ ਖਾਸ ਕਰਕੇ ਲਿਟਰੇਚਰ, ਲੈਂਗੁਏਜ ਦੀ ਰਿਸਰਚ ਦੇ ਵਿੱਚ ਡੈਡੀਕੇਟਡ ਹਨ। ਤੁਸੀਂ ਆਪ ਲਿਟਰੇਚਰ ਅਤੇ ਲੈਂਗੁਏਜ ਦੇ ਵਿੱਚ ਐਕਸਪਰਟੀਜ਼ ਰੱਖਦੇ ਹੋ। ਸੋ ਪ੍ਰੋਫੈਸਰ ਜਗਦੀਸ਼ ਜੀ, ਸਭ ਤੋਂ ਪਹਿਲੇ ਤਾਂ ਇੱਕ ਵਾਰੀ ਫਿਰ ਤੁਹਾਨੂੰ ਪ੍ਰੋਗਰਾਮ ਸਵਾਗਤ ਕਰਦੇ ਹਾਂ ਅਤੇ ਮੈਂ ਚਾਹਾਂਗੀ ਤੁਸੀਂ ਸ਼ੁਰੂਆਤ 'ਚ ਪਲੀਜ਼ ਥੋੜ੍ਹਾ ਜਿਹਾ ਆਪਣੇ ਬਾਰੇ ਅਤੇ ਇਸ ਸੰਸਥਾ ਬਾਰੇ ਸਾਨੂੰ ਜ਼ਰੂਰ ਦੱਸੋ। ਨਾਦ ਪ੍ਰਕਾਸ਼ ਸੰਸਥਾ ਦੋ ਲਫ਼ਜ਼ਾਂ ਵਾਸਤੇ ਮੇਲ ਨਾਲ ਇਸ ਦਾ ਨਾਮਕਰਨ ਹੋਇਆ ਹੈ ਅਤੇ ਇਸ ਦੇ ਦੋ ਚੱਕਰ ਉਹ ਵੀ ਇਹਦੇ ਮੀਨਿੰਗ ਦੇ ਵਿੱਚ ਬਹੁਤ ਇੰਪੋਰਟੈਂਟ ਹਨ। ਸੋ ਜਿੰਨਾ ਵੀ ਵਿਸ਼ਵ ਦਾ ਹਾਇਰ ਐਕਸਪੀਰੀਅੰਸ ਹੁੰਦਾ ਜਾਂ ਜਿਹੜੀਆਂ ਸੁਪਰਾਮੈਂਟਲ ਲੈਵਲ ਦੀਆਂ ਰਿਅਲਾਈਜ਼ੇਸ਼ਨਸ ਹਨ, ਉਹਨਾਂ ਦਾ ਜਿਹੜਾ ਉਹ ਜਾਂ ਲਾਈਟ ਸਾਊਂਡ ਦੀ ਸ਼ਕਲ 'ਚ ਐਕਸਪੀਰੀਅੰਸ। ਸੋ ਅਸੀਂ ਵਿਸ਼ਵ ਦੀ ਕੰਡੀਸ਼ਨਸ ਦੇ ਉਹਨਾਂ ਨੂੰ ਇੱਕ ਥਾਂ ਤੇ ਕਰ ਤੇ ਉਹਨਾਂ ਦੁਆਲੇ ਸਰਕਲ ਪਿਆ, ਕੁਛ ਇਸ ਦਾ ਸਰਕਲ ਆ ਜਿਹੜਾ ਡਬਲ ਡੈਥ ਦੇ ਵਿੱਚ, ਕਿਉਂਕਿ ਜਿਹੜਾ ਰੈਗੂਲੇਟਰੀ ਟਰੁੱਥ ਆ ਉਹ ਕਾਲ ਦੇ ਦੋਹਰੇ ਮਾਪਦੰਡ ਨੂੰ ਆਪਣੇ ਚ ਮੌਤ ਦੇ ਦੋ ਰੂਪਾਂ ਨੂੰ ਨਿਭਾਉਂਦਾ ਹੈ। ਸੋ ਇਸ ਕਰਕੇ ਜਿਹੜੀ ਨਾਦ ਪ੍ਰਕਾਸ਼ ਇਹ ਵਿਸ਼ਵ ਦੇ ਇਸ ਨੂੰ ਸਿੱਖ ਸ਼ਬਦਾਂ ਨਾਲ ਜੋੜਦੇ ਹੋਏ ਉਹਨੂੰ ਇੰਟਰਪ੍ਰੇਟ ਕਰਕੇ ਇੱਕ ਸਿੱਖ ਸਿਵਿਲਾਈਜੇਸ਼ਨ ਦਾ ਉਹਦੀ ਤਲਾਸ਼ ਕਰਕੇ ਜੀ ਇਹ ਦੋ ਥਾਵਾਂ ਤੇ ਵਰਕ ਕਰ ਰਹੀ ਹੈ। ਇਸ ਵਿਜ਼ਨ ਨੂੰ ਲੈ ਕੇ ਅਸੀਂ 2004-05 ਤੋਂ ਕੰਮ ਕਰ ਰਹੇ ਹਾਂ ਜੀ। ਬੁੱਕ ਤੇ ਬੁੱਕ ਪਬਲਿਕੇਸ਼ਨ, ਲਿਟਰੇਚਰ ਫੈਸਟੀਵਲ ਤੇ ਰਿਸਰਚਰਸ ਨੂੰ ਪ੍ਰਮੋਟ ਕਰਦੇ। ਉਹਦੇ ਵਿੱਚ ਤਕਰੀਬਨ ਕਸ਼ਮੀਰ ਯੂਨੀਵਰਸਿਟੀ ਤੋਂ ਲੈ ਕੇ ਪੰਜਾਬ, ਹਰਿਆਣਾ ਤੱਕ ਦੀਆਂ ਯੂਨੀਵਰਸਿਟੀਆਂ ਦੇ ਰਿਸਰਚ ਨਾਲ ਜੁੜੇ ਹੋਏ। ਸੋ ਇਸ ਦਾ ਦੂਜਾ ਅਸੀਂ ਉਹਦੇ ਵਿੱਚ ਬੁੱਕ ਰਿਲੀਜ਼ਸ, ਸੈਮੀਨਾਰ ਤੇ ਕਵੀ ਪਰਿਵਾਰ ਵਗੈਰਾ
ਸੋ ਇਸ ਦੀ ਵਰਕਿੰਗ ਦੇ ਵਿੱਚ ਰਹੇ ਪ੍ਰਮੁੱਖ ਰੂਪ ਦੇ ਵਿੱਚ ਰਿਸਰਚ ਦੀ ਇਹ ਜਿਹੜੀਆਂ ਵਰਲਡ ਦੇ ਵਿੱਚ ਇਹ ਸਿੱਖ ਦੀਆਂ ਹਾਇਰ ਰਿਸਰਚਿਸ ਹੋਈਆਂ ਸੰਗਤ ਨਾਲ ਜੋੜ ਕੇ ਸਕਾਲਰਸ਼ਿਪ। ਹਾਂਜੀ ਜੀ ਰਿਸਰਚ ਖਾਸ ਕਰਕੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਸਿੱਖ ਸਿਵਲਾਈਜੇਸ਼ਨ ਦੀ ਜੋ ਇਨ ਡੈਪਥ ਰਿਸਰਚ ਹੋ ਰਹੀ ਹੈ ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਮੈਨੂੰ ਪਹਿਲੇ ਵੀ ਦੱਸ ਰਹੇ ਸੀ ਕਿੰਨੀ ਚੀਜ਼ਾਂ ਜੁੜੀਆਂ ਹੋਈਆਂ, ਭਾਵੇਂ ਉਹ ਸਾਡੇ ਗੁਰੂਆਂ ਦੀ ਬਾਣੀ ਹੋਏ, ਭਾਵੇਂ ਉਹ ਜ਼ਫਰਨਾਮਾ ਹੋਏ ਜਿਹਦੇ ਉੱਤੇ ਤੁਸੀਂ ਸਿੰਪੋਜ਼ੀਅਮ ਰੀਸੈਂਟਲੀ ਕੀਤਾ ਹੈ, ਭਾਵੇਂ ਉਹ ਪਰਸ਼ੀਅਨ ਲੈਂਗੁਏਜ ਹੋਏ, ਕਿੰਨੀ ਕੁ ਚੀਜ਼ਾਂ ਨੂੰ ਤੁਸੀਂ ਇਸ ਵੱਡੀ ਫੀਲਡ ਦੇ ਵਿੱਚ ਲੈ ਕੇ ਆ ਸਕਦੇ ਹੋ। ਤੇ ਇਨ ਕੰਮਾਂ ਦੇ ਵਿੱਚ ਇਹ ਸੰਸਥਾ ਲੱਗੀ ਹੋਈ ਹੈ, ਕੁਝ ਬੁੱਕਸ ਵੀ ਪਬਲਿਸ਼ ਕੀਤੀਆਂ ਗਈਆਂ। ਇਨਫੈਕਟ ਰੀਸੈਂਟਲੀ ਤੁਸੀਂ ਮੈਨੂੰ ਦੱਸ ਰਹੇ ਸੀ ਕਿ ਕੁਛ ਆਪਣੇ ਇੱਥੇ ਹੋਰ ਐਕਟੀਵਿਟੀ ਹੋ ਰਹੀ ਹੈ, ਉਹਦੇ ਬਾਰੇ ਵੀ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਾਂਗੀ। ਇਨਫੈਕਟ ਇਸ ਸੰਸਥਾ ਦੀ ਜੋ USA ਦੀ ਅਸੀਂ ਕਹਿ ਸਕਦੇ ਹਾਂ ਵਿੰਗ ਹੈਗਾ ਉਹ ਵੀ ਲਾਂਚ ਹੋ ਚੁੱਕਿਆ ਹੈ, ਇਜ਼ ਆਪਰੇਸ਼ਨਲ। ਸੋ ਉਹਦੇ ਬਾਰੇ ਵੀ ਗੱਲ ਕਰਾਂ ਕਿ ਯੂਨਾਈਟਿਡ ਸਟੇਟਸ ਦੇ ਵਿੱਚ ਇਸ ਇਨੀਸ਼ੀਏਟਿਵ ਨੂੰ ਅੱਗੇ ਵਧਾਉਣ ਲਈ ਕੀ ਕੁਝ ਕਾਰਜ ਹੋ ਰਿਹਾ ਹੈ। ਪ੍ਰੋਫੈਸਰ ਜਗਦੀਸ਼ ਸਿੰਘ ਜੀ, ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ ਸਮਾਂ ਆ ਗਿਆ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ, ਵਿਊਅਰਸ ਤੁਸੀਂ ਵੀ ਇਸ ਤਰ੍ਹਾਂ ਜੁੜੇ ਰਹੋ। ਇਸ ਸੰਸਥਾ ਨੂੰ ਲੈ ਕੇ ਤੇ ਉਹਨਾਂ ਦੇ ਵੱਖ-ਵੱਖ ਕੰਮਾਂ ਨੂੰ ਲੈ ਕੇ ਕਨਵਰਸੇਸ਼ਨ ਜਾਰੀ ਰਹੇਗੀ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਸਾਰਿਆਂ ਨੂੰ ਸਵਾਗਤ ਕਰਦੇ ਹਾਂ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ। ਜਦੋਂ ਅਸੀਂ ਆਪਣੇ ਗੁਰੂਆਂ ਦੀ ਬਾਣੀ ਦੇ ਬਾਰੇ ਵਿਚਾਰ ਕਰਦੇ ਹਾਂ ਇਹ ਤਾਂ ਜ਼ਰੂਰ ਅਸੀਂ ਸੋਚ ਕੇ ਚੱਲਦੇ ਹਾਂ ਕਿ ਇਹ ਬਾਣੀ ਸਾਡੇ ਲਈ ਹੁਕਮ ਹੈ। ਗੁਰੂਆਂ ਨੇ ਸਾਡੇ ਲਈ ਇਹ ਬਾਣੀ ਸਾਨੂੰ ਇੱਕ ਰਾਹ ਦਿਖਾਉਣ ਲਈ ਸਾਨੂੰ ਦਿੱਤੀ ਹੈ, ਬਟ ਉਸ ਬਾਣੀ ਦੇ ਵਿੱਚ ਇੰਨਾ ਕੁਛ ਤੁਸੀਂ ਕਹਿ ਲਓ ਵੈਲਥ ਆਫ ਨੌਲੇਜ ਹੈਗੀ ਕਿ ਜਦੋਂ ਉਸ ਬਾਣੀ ਨੂੰ ਤੁਸੀਂ ਰਿਸਰਚ ਕਰਨ ਦੀ ਕੋਈ ਇਨੀਸ਼ੀਏਟਿਵਸ ਲੈਂਦੇ ਹੋ ਇਹ ਕੋਈ ਛੋਟਾ ਕੰਮ ਨਹੀਂ ਹੈਗਾ। ਇਹਦੇ ਉੱਤੇ ਪੂਰੀ ਸੰਸਥਾਵਾਂ ਨੇ ਆਪ ਦਾ ਟਾਈਮ ਡੈਡੀਕੇਟ ਕੀਤਾ ਹੋਇਆ ਅਤੇ ਖੁਸ਼ੀ ਵੀ ਸਾਨੂੰ ਹੁੰਦੀ ਹੈ ਕਿ ਸਾਡੇ ਗੁਰੂਆਂ ਦੀ ਬਾਣੀ ਨੂੰ ਸਿਰਫ ਤਾਂ ਸਿਰਫ ਇੱਕ ਰਿਲੀਜੀਅਸ ਟੈਕਸਟ ਨਹੀਂ ਬਟ ਇੱਕ ਐਕੈਡੈਮਿਕ ਇੱਕ ਰਿਸਰਚ ਟੈਕਸਟ ਦੇ ਤੌਰ 'ਤੇ ਵੀ ਸਟੱਡੀ ਕੀਤਾ ਜਾ ਰਿਹਾ ਹੈ, ਉਹਦੇ ਉੱਤੇ ਰਿਸਰਚ ਕੀਤੀ ਜਾ ਰਹੀ ਹੈ। ਮੈਂ ਇਸ ਇਨੀਸ਼ੀਏਟਿਵ ਨੂੰ ਲੈ ਕੇ ਇੱਕ ਇਹੋ ਜਿਹੀ ਸੰਸਥਾ ਅਤੇ ਉਹਨਾਂ ਦੇ ਵੱਲੋਂ ਡਾਇਰੈਕਟਰ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਹੈ। ਸੋ ਇੱਕ ਵਾਰੀ ਫਿਰ ਮੈਂ ਸਵਾਗਤ ਕਰਨਾ ਚਾਹਾਂਗੀ ਪ੍ਰੋਫੈਸਰ ਜਗਦੀਸ਼ ਸਿੰਘ ਜੀ ਨੂੰ, ਜੋ ਕਿ ਨਾਦ ਪ੍ਰਕਾਸ਼ ਸੰਸਥਾ ਦੇ ਵਿੱਚ ਡਾਇਰੈਕਟਰ ਹਨ। ਅੰਮ੍ਰਿਤਸਰ ਦੇ ਵਿੱਚ ਇਹ ਸੰਸਥਾ ਫਾਊਂਡਡ ਸ਼ੁਰੂ ਕੀਤੀ ਗਈ, ਬਟ ਅੱਜ ਤੁਸੀਂ USA ਪਹੁੰਚ ਕੇ ਵੀ ਇਹ ਕੰਮ ਅੱਗੇ ਵਧਾ ਰਹੇ ਹੋ ਇੱਥੇ। ਪ੍ਰੋਫੈਸਰ, ਤੁਸੀਂ ਬ੍ਰੇਕ ਤੋਂ ਪਹਿਲੇ ਸਾਨੂੰ ਥੋੜ੍ਹੀ ਜਿਹੀ ਬੈਕਗਰਾਊਂਡ ਦੱਸੀ ਇਸ ਸੰਸਥਾ ਬਾਰੇ, ਕੀ ਇਹਦਾ ਮਿਸ਼ਨ ਹੈ, ਕਿਨ ਅਸੂਲਾਂ 'ਤੇ ਇਹ ਸੰਸਥਾ ਆਪ ਦੇ ਕੰਮ ਅੱਗੇ ਵਧਾ ਰਹੀ ਹੈ। ਬਟ ਤੁਸੀਂ ਯੂਨਾਈਟਿਡ ਸਟੇਟਸ ਦੇ ਵਿੱਚ ਕਾਫੀ ਚਿਰ ਤੋਂ ਕੁਝ ਮਹੀਨਿਆਂ ਤੋਂ ਇਸ ਟੂਰ ਲਈ ਪਹੁੰਚੇ ਹੋਏ ਹੋ, ਕਾਫੀ ਐਕਟੀਵਿਟੀਜ਼ ਇੱਥੇ ਵੀ ਕਰ ਰਹੇ ਹੋ, ਖਾਸ ਕਰਕੇ ਬੁੱਕ ਰਿਲੀਸਿਸ ਨੂੰ ਲੈ ਕੇ। ਇਨਫੈਕਟ ਜੋ ਕੁਝ ਤੁਹਾਡੀ ਇੱਥੇ ਐਕਟੀਵਿਟੀਜ਼ ਰਹੀ ਹਨ, ਖਾਸ ਕਰਕੇ ਬੁੱਕ ਰਿਲੀਜ਼ ਦੇ ਵਿੱਚ ਉੱਥੇ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਵੀ ਹਾਜ਼ਰੀ ਮਨਾਈ ਸੀ। ਸੋ ਇਨ ਕੰਮਾਂ ਬਾਰੇ ਜੋ ਤੁਸੀਂ ਇੱਥੇ ਯੂਨਾਈਟਿਡ ਸਟੇਟਸ ਦੇ ਵਿੱਚ ਇਸ ਟੂਰ 'ਚ ਕਰ ਰਹੇ ਹੋ, ਪਲੀਜ਼ ਸਾਨੂੰ ਥੋੜ੍ਹਾ ਜਿਹਾ ਹੋਰ ਦੱਸੋ। ਨਾਦ ਪ੍ਰਕਾਸ਼ ਦਾ ਜਿਹੜਾ ਵਿਜ਼ਨ ਹੈ ਉਹ ਕਿਉਂਕਿ ਇਹ ਹੈ ਕਿ ਸ਼ਬਦ ਦੇ ਵਿੱਚੋਂ ਇੱਕ ਸ਼ਬਦ ਸਭਿਅਤਾ ਦਾ ਮਾਡਲ ਕੱਢਣਾ ਹੈ ਜੀ। ਸੋ ਉਹਦੇ ਵਿੱਚ ਅਸੀਂ ਜਿਹੜੇ ਹੈ ਤਕਰੀਬਨ 27 ਡਿਪਾਰਟਮੈਂਟਸ ਜਿਹੜੇ ਹੈ ਨੌਲੇਜ ਦੇ ਵੱਖਰੇ ਵੱਖਰੇ, ਉਹਨਾਂ ਦੇ ਵਿੱਚ ਅਸੀਂ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਜਿੰਨਾ ਚਿਰ ਗਿਆਨ ਦੇ ਵੱਖ-ਵੱਖ ਪਰਪੇਖਾਂ 'ਚ ਕੰਮ ਨਹੀਂ ਹੁੰਦਾ ਉਹਨਾਂ ਚਿਰ ਕੋਈ ਵੀ ਸੱਚ ਜਿਹੜਾ ਆ ਉਹ ਆਪਣੀ ਐਕਸ਼ਨ ਦੀ ਨੁਮਾਇੰਦਗੀ ਨਹੀਂ ਕਰ ਸਕਦਾ। ਸੋ ਸਾਡਾ ਜਿਹੜਾ ਸ਼ਬਦ ਦੇ ਵਿੱਚੋਂ ਖੋਜ ਦਾ ਵਿਧਾਨ ਪੈਦਾ ਕਰਨਾ ਹੈ, ਜਿਹੜਾ ਕਿ ਮੌਜੂਦਾ ਅਕੈਡਮੀ ਨਾਲ ਵੀ ਡਾਇਲੌਗ 'ਚ ਹੈ ਅਤੇ ਮੌਜੂਦਾ ਜ਼ਿੰਦਗੀ ਦੇ ਜਿਹੜੇ ਹੋਰ ਪਸਾਰ ਹਨ ਉਹਦੇ ਵਿਹਾਰ ਨਾਲ ਵੀ ਸ਼ਾਮਲ ਹੈ। ਸੋ ਇਹਦੇ ਵਿੱਚ ਅਸੀਂ ਨਾਦ ਪ੍ਰਕਾਸ਼ ਉੱਥੇ ਅੰਮ੍ਰਿਤਸਰ 'ਚ 30 ਕਿਤਾਬਾਂ ਛਾਪ ਚੁੱਕੇ ਹਾਂ ਅਤੇ ਉਹਦੇ ਵਿੱਚੋਂ ਦੀ ਵੱਖ-ਵੱਖ ਫੀਲਡ ਦੇ ਵਿੱਚ ਛਾਪੀਆਂ ਗਈਆਂ ਕਿਤਾਬਾਂ। ਉਹਦੇ ਵਿੱਚ ਅਸੀਂ ਐਸਥੈਟਿਕਸ, ਸ਼ਬਦ ਫਿਲਾਸਫੀ ਦੇ ਉੱਤੇ ਜਾਂ ਜਿਹੜੀ ਪੋਸਟ ਮਾਡਰਨ ਥਾਟ ਆ ਉਹਦੇ ਨਾਲ ਡਾਇਲੌਗ ਦੇ ਵਿੱਚ ਨਵੀਆਂ ਇੰਟਰਪ੍ਰੀਟੇਸ਼ਨ ਦੀ ਸੰਭਾਵਨਾ 'ਚ,
ਇਸ ਤਰ੍ਹਾਂ ਅਸੀਂ ਮਿਊਜ਼ਿਕ ਦੇ ਵਿੱਚ, ਲਿਟਰੇਚਰ ਦੇ ਵਿੱਚ ਤੇ ਕ੍ਰੀਏਟਿਵ ਲਿਟਰੇਚਰ ਦੇ ਵਿੱਚ ਅਸੀਂ ਕੰਮ ਕਰਦੇ ਹਾਂ ਤੇ ਹੋਰ ਵੀ ਕਰ ਰਹੇ ਹਾਂ, ਸਾਇੰਸਿਸ ਦੇ ਵਿੱਚ ਵੀ ਸਾਡਾ ਕੰਮ ਹੈ। ਸੋ ਅਸੀਂ ਇੱਥੇ USA ਦੇ ਵਿੱਚ ਅਸੀਂ ਐਸਥੈਟਿਕਸ ਦੇ ਉੱਤੇ ਤੋਂ ਪ੍ਰੋਫੈਸਰ ਪੂਰਨ ਸਿੰਘ ਦੀ ਜਿਹੜੀ ਕਿਤਾਬ ਹੈ ਸਪਿਰਿਟ ਆਫ ਓਰੀਐਂਟਲ ਪੋਇਟਰੀ, ਇਹ ਅਸੀਂ ਦੁਬਾਰਾ ਛਾਪੀ ਸੀ ਤੇ ਇਹਦੇ ਰਾਹੀਂ ਇਹਦੀ ਜਿਹੜੀ ਇੰਟਰੋਡਕਸ਼ਨ ਆ ਉਹ ਅਮਨਦੀਪ ਸਿੰਘ ਜੀ ਨੇ ਲਿਖੀ ਤੇ ਉਹਨੂੰ ਇੱਕ ਅਜੋਕੇ ਪਰਸਪੈਕਟਿਵ ਦੇ ਵਿੱਚ ਇੰਟਰੋਡਿਊਸ ਕਰਾਉਂਦੇ ਹੋਏ ਸ਼ਬਦ ਦੇ ਵਿੱਚੋਂ ਦੀ ਸੋਝ ਸ਼ਾਸਤਰ ਕਿਸ ਤਰ੍ਹਾਂ ਦਾ ਨਿਕਲ ਸਕਦਾ ਹੈ ਜਾਂ ਲਿਟਰੇਚਰ ਦੀ ਥਿਊਰੀ ਕੀ ਨਿਕਲ ਸਕਦੀ ਹੈ, ਇਸ ਦਿਸ਼ਾ ਦੇ ਵਿੱਚ ਇੱਕ ਕਿਤਾਬ ਅਸੀਂ ਪੇਸ਼ ਕੀਤੀ। ਸੋ ਇਹਦਾ ਜਿਹੜਾ ਮੁੱਖ ਇਹਦੀ ਦਿਸ਼ਾ ਇਹ ਹੈ, ਇਹ 'ਚ ਜਿਹੜਾ ਚੀਜ਼ ਕਾਰਜਸ਼ੀਲ ਹੈ ਕਿ ਕਿਸੇ ਵੀ ਸਭਿਅਤਾ ਦਾ ਸੋਝ ਸ਼ਾਸਤਰ ਤੋਂ ਬਗੈਰ ਉਹਦੀ ਆਪਣੀ ਓਰੀਜਨਲ ਹਿਸਟਰੀ ਨਹੀਂ ਬਣ ਸਕਦੀ। ਸੋ ਉਹਦੀ ਟਾਈਮ ਦੀ ਕਨਸੈਪਸ਼ਨ ਨਹੀਂ ਬਣ ਸਕਦੀ। ਸੋ ਟਾਈਮ ਦੇ ਵਿੱਚੋਂ ਉਹਦੀ ਬਾਡੀ, ਉਹਦੀ ਮਾਈਂਡ ਤੇ ਉਹ ਜਿਹੜੀ ਧਰਤੀ ਨੂੰ ਬਿਲੋਂਗ ਕਰ ਰਿਹਾ, ਜਿੱਥੇ ਉਹ ਜੀਵਨ ਜੀ ਰਿਹਾ, ਉਸ ਧਰਤੀ ਦੀ ਰਿਪਰੈਜ਼ੈਂਟੇਸ਼ਨ ਨਹੀਂ ਹੋ ਸਕਦੀ ਜੀ। ਸੋ ਇਸ ਇਹ ਜਿਹੜਾ ਆਰਟ ਦੀ ਥਿਊਰੀ ਜਾਂ ਐਸਥੈਟਿਕਸ ਦੇ ਵਿੱਚ ਕੰਮ ਹੋਣਾ ਕਿਸੇ ਵੀ ਟ੍ਰੈਡੀਸ਼ਨ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਅਸੀਂ ਸਿੱਖ ਸ਼ਬਦ ਵੱਲੋਂ ਇਸ ਚੀਜ਼ ਦੀ ਹਾਜ਼ਰੀ ਲਵਾਈ ਹੈ ਤੇ ਇਹਦੇ 'ਚ ਅਸੀਂ ਇਹ ਕੰਮ, ਪਹਿਲੀ ਕਿਤਾਬ ਅਸੀਂ ਰਿਲੀਜ਼ ਕੀਤੀ ਸੀ। ਦੂਜੀ ਕਿਤਾਬ ਜਿਹੜੀ ਅਸੀਂ ਰਿਲੀਜ਼ ਕੀਤੀ ਆ ਉਹ ਅਕਾਲ ਤਖ਼ਤ ਸਾਹਿਬ ਤੇ ਹੈ। ਇਹ ਸਾਡੀ ਅਕਾਲ ਤਖ਼ਤ ਸਾਹਿਬ ਤੇ 4 ਕਿਤਾਬਾਂ 'ਚੋਂ ਦੂਜੀ ਕਿਤਾਬ ਆ, 2 ਕਿਤਾਬਾਂ 'ਚ ਹੋਰ ਆਉਣਗੀਆਂ। ਸੋ ਇਹਦੇ ਵਿੱਚ ਜਿਹੜਾ ਮੇਨ ਕੰਮ ਸੀਗਾ ਕਿ ਜਿਹੜੇ ਪਿਛਲੇ 75 ਸਾਲ ਦੇ ਵਿੱਚ ਵੱਖ-ਵੱਖ ਮੈਗਜ਼ੀਨਾਂ 'ਚ, ਕਿਤਾਬਾਂ 'ਚ ਲੇਖ ਲਿਖੇ ਗਏ ਸੀ ਸਕਾਲਰਸ ਵੱਲੋਂ, ਉਹਨਾਂ ਨੂੰ ਲੱਭ ਕੇ ਐਡਿਟ ਕੀਤਾ ਗਿਆ ਆ ਤੇ ਉਹਨਾਂ ਨੂੰ ਇੰਟਰੋਡਿਊਸ ਕਰਾਇਆ ਗਿਆ। ਸੋ ਉਸ ਇੰਟਰੋਡਕਸ਼ਨ ਦੇ ਵਿੱਚ ਵੀ ਜਿਹੜੀ ਵਰਲਡ ਦਾ ਪੋਲੀਟੀਕਲ ਥਾਟ ਆ, ਉਹਦੀ ਜਿਵੇਂ ਵੈਸਟਰਨ ਪੋਲੀਟੀਕਲ ਥਾਟ ਆ ਜਾਂ ਇੰਡੀਅਨ ਜਿਹੜਾ ਗਵਰਨੈਂਸ ਦਾ ਤੇ ਪੋਲਿਟੀ ਦਾ ਜਿਹੜਾ ਮਾਡਲ ਸੀਗਾ ਜਾਂ ਇਸਲਾਮਿਕ ਮਾਡਲ ਸੀ, ਉਹਦੇ ਨਾਲ ਡਾਇਲੋਗ ਕਰਦੇ ਹੋਏ ਸਿੱਖ ਮਾਡਲ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਵਿੱਚੋਂ ਸੰਭਾਵਨਾ ਪੈਦਾ ਹੁੰਦੀ ਆ, ਉਹਨੂੰ ਅਸੀਂ ਇੰਟਰੋਡਿਊਸ ਕਰਾਇਆ। ਇਹਦਾ ਮਕਸਦ ਇਹ ਹੈ ਕਿ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਸਿਧਾਂਤਕ ਪਸਾਰ ਹੈ ਉਹ ਵਿਸ਼ਵ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚ ਰਿਸਰਚ 'ਚ ਪਾਰਟੀਸਪੇਟ ਕਰੇ। ਸੋ ਇਹ ਜਿਹੜੇ ਇਸ ਵੇਲੇ ਦੇ ਜਿਹੜੇ ਜਥੇਦਾਰ ਸਾਹਿਬ ਜੋ ਨੁਮਾਇੰਦਗੀ ਕਰਦੇ ਹਨ ਉਸ ਸੀਟ ਦੀ, ਉਹਨਾਂ ਦਾ ਵੀ ਅਸੀਂ ਆਸ਼ੀਰਵਾਦ ਲਿਆ ਉਸ ਸੀਟ ਦਾ, ਤਾਂ ਕਿ ਉਸ ਸੀਟ ਦੀ ਸ਼ਰਨ ਦੇ ਵਿੱਚ ਇਹ ਐਕਸਰਸਾਈਜ਼ ਹੋਵੇ ਤਾਂ ਕਿ ਸਿੱਖ ਚੇਤਨਾ ਜਾਂ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ ਜਾਂ ਸਾਡੀ ਅਕੈਡਮੀ ਹੈ ਜਾਂ ਵਿਸ਼ਵ ਦੇ ਹੋਰ ਜਿਹੜੇ ਲੋਕ ਇਸ ਪਾਸੇ ਸੋਚਦੇ ਹਨ, ਉਹਨਾਂ ਦਾ ਧਿਆਨ ਰਿਸਰਚ ਵੱਲ ਕੇਂਦਰਿਤ ਹੋਵੇ ਜੀ। ਸੋ ਅਸੀਂ ਇਸ ਕਰਕੇ ਜਿਹੜਾ ਉਹਨਾਂ ਨੂੰ ਵੀ ਇੱਥੇ ਉਹ ਆਏ ਸੀਗੇ ਤੇ ਉਹਨਾਂ ਨੇ ਕਿਤਾਬ ਰਿਲੀਜ਼ ਕੀਤੀ ਜੀ। ਇਸ ਤਰ੍ਹਾਂ ਕਾਰਜ ਕਰਦੇ। ਪ੍ਰੋਫੈਸਰ ਜਗਦੀਸ਼ ਜੀ, ਤੁਹਾਡੇ ਇਸ ਟੂਰ ਦੇ ਵਿੱਚ ਤੁਸੀਂ ਕਾਫੀ ਗੁਰਦੁਆਰਿਆਂ ਦੇ ਵਿੱਚ ਵੀ ਲੈਕਚਰਸ ਦੇ ਰਹੇ ਹੋ ਅਤੇ ਹੋਰ ਥਾਵਾਂ 'ਤੇ ਜਾ ਕੇ ਇਸ ਕੰਮ ਦੇ ਪ੍ਰਚਾਰ ਕਰ ਰਹੇ ਹੋ। ਕਿਸ ਤਰ੍ਹਾਂ ਦੀ ਰਿਸੈਪਸ਼ਨ ਤੁਹਾਨੂੰ ਮਿਲ ਰਹੀ ਹੈ, ਖਾਸ ਕਰਕੇ ਜਦੋਂ ਅਸੀਂ ਇੱਕ ਰਿਸਰਚ ਦੇ ਤੌਰ 'ਤੇ ਇਸ ਕੰਮ ਨੂੰ ਪੇਸ਼ ਕਰਦੇ ਹਾਂ, ਲੋਕ ਕਿਸ ਤਰ੍ਹਾਂ ਉਹਨੂੰ ਰਿਸੀਵ ਕਰ ਰਹੇ ਹੈ ਇੱਥੇ ਯੂਨਾਈਟਿਡ ਸਟੇਟਸ ਦੀ ਜਦੋਂ ਸੰਗਤ ਦੀ ਗੱਲ ਆਉਂਦੀ ਹੈ? ਇੱਥੇ ਥੋੜ੍ਹਾ ਇਸ ਤਰ੍ਹਾਂ ਹੈ ਕਿ ਇੱਥੇ ਜਿਹੜਾ ਬਹੁਤਾ ਫਿਕਰ ਹੈ ਉਹ ਹੈ ਕਿ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਆ ਜਾਂ ਬੱਚੇ ਆ ਵੀ ਉਹ ਇਸ ਕਲਚਰ 'ਚ ਜਦੋਂ ਪੜ੍ਹ ਰਹੇ ਆ ਤੇ ਉਹ ਸਿੱਖੀ ਦੇ ਨਾਲ ਕਿਸ ਤਰ੍ਹਾਂ ਜੁੜਨ। ਸੋ ਇਹਨਾਂ ਦੇ ਧੁਰ ਅੰਦਰ ਉਸ ਵਿਆਖਿਆ ਦੀ ਇੱਕ ਅਨਕੌਂਸ਼ੀਅਸ ਲੈਵਲ ਤੇ ਵੀ ਤੇ ਕੁਝ ਸੁਚੇਤ ਲੈਵਲ ਤੇ, ਦੋਹਾਂ ਪੱਧਰਾਂ ਤੇ ਉਹਦੀ ਤਲਾਸ਼ ਚੱਲਦੀ ਪਈ। ਤੋ ਉਹਦੇ ਵਿੱਚ ਇਹ ਜਿਹੜੀ ਐਕਟਿਵ ਪੋਲਿਟੀ ਆ ਜਾਂ ਹੋਰ ਚੀਜ਼ਾਂ ਆ ਉਹਦੇ ਵਿੱਚ ਵੀ ਪਾਰਟੀਸਪੇਟ ਕਰਦੇ ਆ ਪੂਰੇ ਉਤਸ਼ਾਹ ਦੇ ਨਾਲ, ਪਰ ਇਹਨਾਂ ਦੇ ਧੁਰ ਅੰਦਰ ਇਹ 2 ਚੀਜ਼ਾਂ ਜਿਹੜੀਆਂ ਕਿ ਉਹਨਾਂ ਦੇ ਆਪਣੇ ਸ਼ਬਦ ਦੇ ਵਿੱਚੋਂ ਨਿਕਲਦੇ ਦੈਵੀ ਜੀਵਨ ਦਾ ਪਸਾਰ ਪੂਰਾ ਹੋਵੇ ਤੇ ਉਹਨਾਂ ਦੀ ਅਗਲੀ ਜਨਰੇਸ਼ਨ ਜਿਹੜੀ ਆ ਉਹ ਸਿੱਖੀ ਨਾਲ ਕਿਸ ਤਰ੍ਹਾਂ ਜੁੜੀ ਰਹੇ, ਇਸ ਤਲਾਸ਼। ਸੋ ਨਾਥ ਪ੍ਰਕਾਸ਼ ਦਾ ਜਿਹੜਾ ਵਿਜ਼ਨ ਆ ਉਹ ਜਿਹੜੀ ਸੁਪਰਫਿਸ਼ੀਅਲ ਐਕਟਿਵਿਜ਼ਮ ਆ ਜਾਂ ਜਿਹੜਾ ਮੌਕੇ ਦੀਆਂ ਜਿਹੜੀਆਂ ਰਿਐਲਿਟੀਜ਼ ਆ ਉਹਨਾਂ ਦੇ ਸੱਚ ਨੂੰ ਵੀ ਨਾਲ ਰੱਖਦਾ ਹੈ, ਉਹਨਾਂ ਦੇ ਦੁੱਖ ਦਰਦ ਨੂੰ ਵੀ ਨਾਲ ਰੱਖਦਾ ਹੈ, ਪਰ ਇਹਦਾ ਵਿਜ਼ਨ ਜਿਹੜਾ ਆ ਉਹ ਵਿਸ਼ਵ ਵਿਆਪੀ ਹੈ ਤੇ ਇੱਕ ਜੀਵਨ ਦੇ ਟੋਟਲ ਪਸਾਰਾਂ ਨੂੰ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਹੈ। ਸੋ ਜਿਹੜਾ ਅਸੀਂ ਈਡੀਅਮ ਪੇਸ਼ ਕਰ ਰਹੇ ਹਾਂ ਉਹ ਈਡੀਅਮ ਉਹਨਾਂ ਨੂੰ ਬਿਲਕੁਲ ਉਹਨਾਂ ਦੇ ਆਤਮਾ ਨੂੰ ਟੱਚ ਕਰਦਾ ਹੈ ਤੇ ਉਹਨਾਂ ਨੂੰ ਇਹਦੇ 'ਚ ਇੱਕ ਵਿਸ਼ਵਾਸ ਪੈਦਾ ਹੋਇਆ ਕਿ ਇਸ ਐਂਗਲ ਦੇ ਨਾਲ ਸਾਡੀ ਇਸ ਧਰਤੀ ਤੇ ਬੱਚਿਆਂ ਦੀ ਜੜ ਲੱਗੂਗੀ ਤੇ ਸਿੱਖੀ ਦਾ ਵਿਸ਼ਵ ਵਿਆਪੀ ਮਾਡਲ ਬਣੇਗਾ। ਸੋ ਉਹਨਾਂ ਨੂੰ, ਕਿਉਂਕਿ ਇਸ ਰਿਸਰਚ ਦੇ ਵਿੱਚ ਡਾਟੇ ਦੇ ਉੱਤੇ ਵੀ ਮਿਹਨਤ ਬਹੁਤ ਹੈ
ਤੇ ਪਰਸਪੈਕਟਿਵ ਜਿਹੜਾ ਆ ਉਹ ਕਿਸੇ ਸਮਕਾਲੀ ਫਲਸਫੇ ਦੀ ਅਟਰੈਕਸ਼ਨ 'ਚ ਨਹੀਂ ਹੈ। ਉਹ ਸ਼ਬਦ ਤੇ ਸਦੀਵੀ ਸੱਚ ਦੇ ਨਾਲ ਇਨਟਿਊਨ ਹੋਣ ਦੀ ਕੋਸ਼ਿਸ਼ ਵਿੱਚੋਂ ਇੱਕ ਗਿਆਨ ਦਾ ਮਾਡਲ ਕੱਢਦਾ ਹੈ। ਸੋ ਇਸ ਚੀਜ਼ ਨੂੰ ਮੈਨੂੰ ਬਹੁਤ ਚੰਗਾ ਲੱਗਾ ਕਿ ਇਸ ਚੀਜ਼ ਨੂੰ ਇਸ ਧਰਤੀ ਨੇ ਐਪਰੀਸ਼ੀਏਟ ਕੀਤਾ, ਕਿਉਂਕਿ ਇਸ ਦੇ ਪਿੱਛੇ ਬਹੁਤ ਮਿਹਨਤ ਆ, ਮੇਰੇ ਵੀ 40 ਸਾਲਾਂ ਦੀ ਮਿਹਨਤ ਹੈ ਇਹਦੇ ਪਿੱਛੇ। ਤੇ ਇਹ ਪੰਜਾਬ ਦੇ ਜਿਹੜੇ ਸਾਡੇ ਵੱਖ-ਵੱਖ ਟੀਚਰਸ ਹਨ ਉਹਨਾਂ ਦੀ ਵੀ ਤਪੱਸਿਆ ਇਹਦੇ 'ਚ ਕੰਮ ਕਰ ਰਹੀ ਆ। ਸੋ ਉਹਦਾ ਇੱਕ ਵਾਹਕ ਆ। ਸੋ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਇਸ ਧਰਤੀ ਨੇ ਉਸ ਮਿਹਨਤ ਦੀ ਤੇ ਉਸ ਸੱਚ ਦੀ ਪਛਾਣ ਕੀਤੀ ਹੈ ਤੇ ਇੱਕ ਉਮੀਦ ਜਤਾਈ ਹੈ। ਤੇ ਸਾਨੂੰ ਉਹਨਾਂ ਨੇ ਜਿਹੜਾ ਰਿਸਰਚ ਸੈਂਟਰ ਅਸੀਂ ਇੱਥੇ ਸੋਚ ਰਹੇ ਹਾਂ ਉਹਦੇ ਲਈ ਕਾਫੀ ਜ਼ਿਆਦਾ ਉਤਸ਼ਾਹ ਉਹਨਾਂ ਵੱਲੋਂ ਸਾਨੂੰ ਪ੍ਰਾਪਤ ਹੋਇਆ। ਇਸ ਰਿਸਰਚ ਸੈਂਟਰ ਨੂੰ ਲੈ ਕੇ ਮੈਂ ਜ਼ਰੂਰ ਤੁਹਾਡੇ ਤੋਂ ਹੋਰ ਸਵਾਲ ਪੁੱਛਣਾ ਚਾਹਾਂਗੀ। ਇੱਥੇ ਦੇ ਜੋ ਸਾਡੇ ਦਰਸ਼ਕ ਹਨ ਉਹਨਾਂ ਲਈ ਇੱਕ ਬਹੁਤ ਮੈਂ ਕਹਾਂਗੀ ਪ੍ਰੋਮਿਸਿੰਗ ਤੁਸੀਂ ਇਨੀਸ਼ੀਏਟਿਵ ਇੱਥੇ ਮੈਂਸ਼ਨ ਕੀਤਾ, ਬਿਕੋਜ਼ ਸਰਟਨਲੀ ਮੈਂ ਖੁਦ ਇੱਥੇ ਸ਼ੁਰੂ ਤੋਂ ਹੀ ਪੜ੍ਹਾਈ ਲਿਖਾਈ ਕੀਤੀ ਹੈ ਐਂਡ ਤੁਹਾਨੂੰ ਅਮਰੀਕਨ, ਯੂਰਪੀਅਨ, ਏਂਸ਼ੀਅੰਟ ਸਿਵਲਾਈਜੇਸ਼ਨਸ ਦੀ ਸਾਰੀ ਹਿਸਟਰੀ ਬਾਰੇ ਸਕੂਲਾਂ ਦੇ ਵਿੱਚ ਸਿਖਾਇਆ ਜਾਂਦਾ ਹੈ। ਬਟ ਸਾਡੇ ਕਲਚਰ ਭਾਵੇਂ ਸਾਡੀ ਹਿਸਟਰੀ ਵੀ ਏਂਸ਼ੀਅੰਟ ਹੋਏ, ਖਾਸ ਕਰਕੇ ਜਦੋਂ ਸਿੱਖ ਹਿਸਟਰੀ ਦੀ ਗੱਲ ਆਉਂਦੀ ਹੈ ਉੱਥੇ ਕੋਈ ਮੈਂਸ਼ਨ ਨਹੀਂ। ਇਹਦੇ ਵਿੱਚ ਕੋਈ ਸਰਪ੍ਰਾਈਜ਼ ਦੀ ਗੱਲ ਨਹੀਂ ਆਉਂਦੀ, ਬਟ ਅਗਰ ਬੱਚਿਆਂ ਨੂੰ ਮਾਂ ਪਿਓ ਤੋਂ ਜਾਂ ਗੁਰਦੁਆਰਿਆਂ ਦੇ ਵਿੱਚ ਸਿੱਖਿਆ ਨਹੀਂ ਦਿੱਤੀ ਜਾਂਦੀ, ਉਹਨਾਂ ਦੇ ਕੋਲ ਕੋਈ ਹੋਰ ਜ਼ਰੀਆ ਨਹੀਂ ਹੈ ਇਸ ਚੀਜ਼ ਬਾਰੇ ਜਾਣਕਾਰੀ ਪਾਉਣ ਦਾ। ਸੋ ਇਹ ਜੋ ਤੁਸੀਂ ਮੈਂਸ਼ਨ ਕੀਤਾ ਬਹੁਤ ਇਹ ਇੱਕ ਇੰਪੋਰਟੈਂਟ ਇਨੀਸ਼ੀਏਟਿਵ, ਖਾਸ ਕਰਕੇ ਇੱਥੇ ਦੇ ਜੋ ਵਸਦੇ ਹੋਏ ਪਰਿਵਾਰ ਹਨ ਉਹਨਾਂ ਲਈ, ਉਹਨਾਂ ਨੂੰ ਆਪਣੇ ਇਤਿਹਾਸ ਦੇ ਨਾਲ ਜੋੜਨ ਲਈ ਤੁਸੀਂ ਕਰ ਰਹੇ ਹੋ ਕੰਮ। ਮੈਂ ਹੋਰ ਥੋੜ੍ਹੀ ਜਿਹੀ ਇਹਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੀ, ਖਾਸ ਕਰਕੇ ਜਿੱਥੇ ਜ਼ਫਰਨਾਮਾ ਉਹਦੇ ਉੱਤੇ ਜੋ ਤੁਸੀਂ ਸਿੰਪੋਜ਼ੀਅਮ ਕੀਤਾ ਉਹਦੇ ਬਾਰੇ ਥੋੜ੍ਹੀ ਜਿਹੀ ਗੱਲ ਕਰਦੇ ਹਾਂ। ਇੱਕ ਹੋਰ ਛੋਟੀ ਜਿਹੀ ਬ੍ਰੇਕ ਦਾ ਇੱਥੇ ਸਮਾਂ ਆ ਗਿਆ। ਪ੍ਰੋਫੈਸਰ ਜਗਦੀਸ਼ ਜੀ ਇਸ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਵਿਊਅਰਸ ਤੁਸੀਂ ਵੀ ਜੁੜੇ ਰਹੋ। ਇਸ ਸੰਸਥਾ ਦੇ ਕੀ ਅਪਕਮਿੰਗ ਹੋਰ ਕਾਰਜ ਹਨ ਜਿਨ੍ਹਾਂ ਦੇ ਵਿੱਚ ਤੁਸੀਂ ਖੁਦ ਇਨਵੋਲਵ ਹੋ ਸਕਦੇ ਹੋ, ਉਹਦੇ ਬਾਰੇ ਜਾਣਕਾਰੀ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਏ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ। ਇੱਥੇ ਜੋ ਵਸਦੇ ਹੋਏ ਸਾਡੇ ਦਰਸ਼ਕ ਹਨ ਉਹਨਾਂ ਨੂੰ ਇਹ ਚੀਜ਼ ਇੱਕ ਤਰਾਸਦੀ ਦੀ ਤਰ੍ਹਾਂ ਪੇਸ਼ ਹੁੰਦੀ ਹੈ ਕਿ ਸ਼ਾਇਦ ਉਹਨਾਂ ਦੇ ਬੱਚੇ ਕਿਤੇ ਨਾ ਕਿਤੇ ਉਸ ਇਤਿਹਾਸ ਤੋਂ, ਉਸ ਸੱਭਿਆਚਾਰ ਤੋਂ ਨਹੀਂ ਜੁੜੇ ਹੋਏ। ਐਂਡ ਇਹ ਕਿਸੇ ਤੁਸੀਂ ਕਹਿ ਲਓ ਪਰਪਸਫੁਲ ਕਾਰਨ ਕਰਕੇ ਨਹੀਂ ਹੈਗਾ। ਇਹ ਇੱਥੇ ਵਸਦੇ ਹੋਏ, ਇੱਥੇ ਰਹਿ ਕੇ, ਇੱਥੇ ਜੋ ਸੈਟਲ ਹੋਏ ਪਰਿਵਾਰ ਹਨ ਉਹਨਾਂ ਦੇ ਲਈ ਇੱਕ ਅਨਫੋਰਚੂਨੇਟ ਸਰਕਮਸਟਾਂਸ ਹੈ ਕਿ ਅਗਰ ਤੁਹਾਡੇ ਬੱਚੇ ਇੱਥੇ ਸਕੂਲਾਂ ਦੇ ਵਿੱਚ ਪੜ੍ਹਦੇ ਹੈ, ਉਹਨਾਂ ਨੇ ਇੱਕ ਵੈਸਟਰਨਾਈਜ਼ਡ ਐਜੂਕੇਸ਼ਨ ਦੇ ਵਿੱਚ ਜੋ ਪੜ੍ਹਾਇਆ ਜਾਂਦਾ ਹੈ ਉਹੀ ਸਿੱਖਿਆ ਲੈਣੀ ਹੈ। ਅਤੇ ਜੋ ਸਾਡਾ ਇਤਿਹਾਸ ਹੈ, ਸਾਡਾ ਸੱਭਿਆਚਾਰ ਹੈ, ਉਹਦੇ ਬਾਰੇ ਉਹ ਕਿਸ ਤਰ੍ਹਾਂ ਸਿੱਖਿਆ ਲੈ ਸਕਦੇ ਹੈ? ਗੁਰਦੁਆਰਿਆਂ ਦੇ ਵਿੱਚ ਜਾਂ ਪਰਿਵਾਰਾਂ ਤੋਂ ਸੁਣ ਕੇ ਉਹ ਸਿੱਖਿਆ ਲੈ ਸਕਦੇ ਆ। ਬਟ ਕੋਈ ਹਾਇਰ ਐਜੂਕੇਸ਼ਨ ਦੀ ਕੋਈ ਸੰਸਥਾ ਹੋਏ, ਕੋਈ ਇਹੋ ਜਿਹੀ ਇੰਸਟੀਟਿਊਸ਼ਨ ਹੋਏ ਜੋ ਕਿ ਇੱਥੇ ਦੇ ਕਰਿਕੂਲਮਸ ਦੇ ਵਿੱਚ, ਸਕੂਲਾਂ ਦੇ ਵਿੱਚ ਹੌਲੀ ਹੌਲੀ ਉਸ ਇਤਿਹਾਸ ਨੂੰ, ਉਸ ਸੱਭਿਆਚਾਰ ਨੂੰ ਵੀ ਲੈ ਕੇ ਆਏ, ਜਾਂ ਐਟਲੀਸਟ ਇੱਕ ਫਾਰਮਲਾਈਜ਼ਡ ਰਿਸਰਚ ਬੇਸਡ ਤੌਰ 'ਤੇ ਪੇਸ਼ ਕਰੇ। ਸ਼ਾਇਦ ਇਹ ਜਵਾਬ ਹੈਗਾ ਉਸ ਪ੍ਰੋਬਲਮ ਦਾ ਜੋ ਕਿੰਨੇ ਪਰਿਵਾਰਾਂ ਅੱਜ ਉਸ ਪ੍ਰੋਬਲਮ ਨੂੰ ਸਾਹਮਣਾ ਕਰ ਰਹੇ ਹੈ। ਸੋ ਇਸ ਚੀਜ਼ 'ਤੇ ਥੋੜ੍ਹੀ ਜਿਹੀ ਜਾਣਕਾਰੀ ਸ਼ੇਅਰ ਕਰਨ ਲਈ ਸਾਡੇ ਨਾਲ ਜੁੜੇ ਹਨ ਪ੍ਰੋਫੈਸਰ ਜਗਦੀਸ਼ ਸਿੰਘ ਜੀ, ਡਾਇਰੈਕਟਰ ਨਾਦ ਪ੍ਰਕਾਸ਼ ਸੰਸਥਾ ਵੱਲੋਂ। ਪ੍ਰੋਫੈਸਰ ਤੁਸੀਂ ਇੱਕ ਬਹੁਤ ਮੈਂ ਕਹਾਂਗੀ ਦੁੱਖ ਦੀ ਰਗ ਇੱਥੇ ਦੇ ਜੋ ਸਾਡੇ ਵਿਊਅਰਸ ਹਨ ਉਹਨਾਂ ਦੀ ਛੇੜੀ ਹੈ ਕਿ ਅਗਲੀ ਪੀੜ੍ਹੀ ਨੂੰ ਕਿਸ ਤਰ੍ਹਾਂ ਅਸੀਂ ਜੋੜ ਸਕਦੇ ਹਾਂ, ਨਾ ਕਿ ਸਿਰਫ ਸਿੱਖੀ ਦੇ ਤੌਰ 'ਤੇ, ਸਪਿਰਿਚੁਅਲ ਵੈਲਿਊਜ਼ ਦੇ ਤੌਰ 'ਤੇ, ਬਟ ਇੱਕ ਜੋ ਨੌਲੇਜ ਹੈਗੀ ਉਨ ਸ਼ਬਦਾਂ ਦੇ ਵਿੱਚ, ਉਸ ਬਾਣੀ ਦੇ ਵਿੱਚ ਜੋ ਸਾਡੇ ਗੁਰੂਆਂ ਨੇ ਸਾਡੇ ਲਈ ਛੱਡੀ ਹੈ, ਉਸ ਨੌਲੇਜ ਦੇ ਨਾਲ ਕਿਸ ਤਰ੍ਹਾਂ ਜੋੜ ਸਕਦੇ ਹਾਂ, ਖਾਸ ਕਰਕੇ ਜਦੋਂ ਹਾਇਰ ਐਜੂਕੇਸ਼ਨ ਦੀ ਗੱਲ ਆਉਂਦੀ ਹੈ। ਤੁਸੀਂ ਮੈਨੂੰ ਇੱਕ ਰੀਸੈਂਟ ਸਿੰਪੋਜ਼ੀਅਮ ਬਾਰੇ ਦੱਸ ਰਹੇ ਸੀ ਜੋ ਜ਼ਫਰਨਾਮੇ ਉੱਤੇ ਤੁਸੀਂ ਕੀਤਾ, ਖਾਸ ਕਰਕੇ ਪਰਸ਼ੀਅਨ ਲੈਂਗੁਏਜ ਅਤੇ ਪੋਇਟਰੀ ਦੇ ਉੱਤੇ ਕੁਝ ਤੁਸੀਂ ਕਲਾਸਿਸ ਕਰਦੇ ਹੋ। ਦਿਸ ਇਜ਼ ਐਕਸਟ੍ਰੀਮਲੀ ਇੰਟਰਸਟਿੰਗ ਬਿਕੋਜ਼ ਇਹ ਇੱਕ ਨਵਾਂ ਪਹਿਲੂ ਲੈ ਕੇ ਆਉਂਦਾ ਹੈ ਇਸ ਕਨਵਰਸੇਸ਼ਨ ਦੇ ਵਿੱਚ, ਵਿਚ ਆਈ ਐਮ ਸ਼ੋਰ ਖਾਸ ਕਰਕੇ ਬੱਚਿਆਂ ਲਈ ਕਾਫੀ ਫੈਸੀਨੇਟਿੰਗ ਹੈ। ਸੋ ਇਸ ਚੀਜ਼ ਬਾਰੇ ਪਲੀਜ਼ ਸਾਨੂੰ ਥੋੜ੍ਹੀ ਜਿਹੀ ਹੋਰ ਜਾਣਕਾਰੀ ਦੇਵੋ। ਇਹਦੇ ਵਿੱਚ ਜਿਹੜਾ ਧੁਰ ਅੰਦਰ ਜਿਹੜੀ ਚੀਜ਼ ਪਈ ਗਈ ਆ ਉਹ ਇਹ ਪਈ ਹੈ ਕਿ ਇੱਕ ਤਾਂ ਹੁੰਦਾ ਪ੍ਰਵਾਸ,
ਇੱਕ ਲਫ਼ਜ਼ ਹੁੰਦਾ ਪ੍ਰਮਾਣਿਕ ਪ੍ਰਵਾਸ। ਸੋ ਜਿਹੜਾ ਪ੍ਰਵਾਸ ਹੁੰਦਾ ਉਹਦੇ 'ਚ ਅਸੀਂ ਫਿਜ਼ੀਕਲ ਨੀਡਸ ਦੇ ਵਿੱਚ ਜਾਂ ਹੋਰ ਕਿਸੇ ਪੋਲੀਟੀਕਲ ਸਥਿਤੀਆਂ 'ਚੋਂ ਮਾਈਗ੍ਰੇਟ ਕਰ ਜਾਂਦੇ ਹਾਂ, ਜਾਂ ਕੋਈ ਇਕਨੋਮਿਕ ਚੀਜ਼ਾਂ ਦੀ ਪ੍ਰਾਪਤੀ ਲਈ ਅਸੀਂ ਕਰ ਜਾਂਦੇ ਹਾਂ। ਪਰ ਇਹ ਪ੍ਰਮਾਣਿਕ ਪ੍ਰਵਾਸ ਨਹੀਂ ਹੁੰਦਾ, ਇਹਦੇ 'ਚ ਜਿਹੜਾ ਤੁਹਾਡੀ ਬੋਡੀ ਜਾਂ ਤੁਹਾਡੀਆਂ ਕੁਝ ਕੁ ਮਾਨਸਿਕ ਚੀਜ਼ਾਂ ਹੀ ਮਾਈਗ੍ਰੇਟ ਕਰਦੀਆਂ, ਤੁਹਾਡੀ ਟੋਟੈਲਿਟੀ ਮਾਈਗ੍ਰੇਟ ਨਹੀਂ ਕਰਦੀ। ਸੋ ਜਿਹੜਾ ਪ੍ਰਮਾਣਿਕ ਪ੍ਰਵਾਸ ਹੁੰਦਾ ਉਹ ਹੁੰਦਾ ਹੈ ਕਿ ਤੁਸੀਂ ਆਪਣਾ ਕੋਈ ਗਿਆਨ ਸ਼ਾਸਤਰ ਵੀ ਲੈ ਕੇ ਇਸ ਧਰਤੀ ਤੇ ਆਏ ਹੋ, ਜਿਹਦੇ ਨਾਲ ਇਸ ਧਰਤੀ ਨੂੰ ਤੁਸੀਂ ਇੰਟਰਪ੍ਰੇਟ ਕਰਨ ਦੀ ਤਾਕਤ ਰੱਖਦੇ ਹੋ, ਜਾਂ ਇਸ ਧਰਤੀ ਤੇ ਲਾਈਫ ਦੀ ਤਲਾਸ਼ ਵਿੱਚ, ਗਿਆਨ ਦੀ ਤਲਾਸ਼ ਵਿੱਚ, ਜਾਂ ਕੋਈ ਵੀ ਟੈਕਨੋਲੋਜੀ ਜਾਂ ਕਿਸੇ ਵੀ ਚੀਜ਼ ਦੇ ਵਿੱਚ ਤੁਸੀਂ ਜਿਹੜੇ ਮਾਡਲ ਡਿਵੈਲਪ ਕਰਕੇ ਲਾਈਫ ਨੂੰ ਚਲਾ ਰਹੇ ਹੋ, ਉਹਨਾਂ ਮਾਡਲਸ ਦੀ ਡਿਬੇਟ ਵਿੱਚ ਤੁਹਾਡੇ ਕੋਲ ਕੋਈ ਗਿਆਨ ਦੀ ਪਰੰਪਰਾ ਹੈ ਜਿਹੜੀ ਤੁਸੀਂ ਜਿਹਦੇ ਨਾਲ ਜਿਹਦੇ 'ਚ ਪਾਰਟਿਸਿਪੇਟ ਕਰ ਸਕੋ ਜੀ। ਸੋ ਇਹਦੇ ਬਾਰੇ ਗੁਰੂ ਭਗਤ ਸਿੰਘ ਜੀ ਨੇ ਕਿਹਾ ਕਿ ਜਿਹੜਾ ਕੈਪੀਟਲਿਜ਼ਮ ਆ ਤੇ ਜਿਹੜਾ ਸੋਸ਼ਲਿਜ਼ਮ ਆ, ਇਹਨਾਂ ਦੇ ਜਿਹੜੇ ਇੰਸਟੀਟਿਊਸ਼ਨਸ ਬਣੇ ਆ ਦੋਹਾਂ ਮਾਡਲਸ ਦੇ ਵਿੱਚੋਂ ਦੀ, ਉਹ ਦੋਵੇਂ ਮਾਡਲ ਜਿਹੜੇ ਆ ਉਹ ਹੁਣ ਕਿਸੇ ਨਵੇਂ ਮਾਡਲ ਦੀ ਤਲਾਸ਼ ਵਿੱਚ ਹਨ। ਸੋ ਉਹ ਵਿਸ਼ਵ ਵਿਆਪੀ ਮਾਡਲ ਦਾ ਜਿਹੜਾ ਸਟਰਕਚਰ ਆ, ਉਹਨਾਂ ਦਾ ਖਿਆਲ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੌਜੂਦ ਹੈ। ਸੋ ਅਸੀਂ ਉਸ ਮਾਡਲ ਨੂੰ ਜੇ ਲੈ ਕੇ ਡਿਵੈਲਪ ਕਰੀਏ ਤੇ ਇੱਥੇ ਲਿਆਈਏ ਤਾਂ ਉਹਦੇ ਨਾਲ ਸਾਡਾ ਪ੍ਰਵਾਸ ਪ੍ਰਮਾਣਿਕ ਹੋਏਗਾ, ਨਹੀਂ ਤਾਂ ਸਾਡਾ ਪ੍ਰਵਾਸ ਜਿਹੜਾ ਆ ਉਹਨਾਂ ਪ੍ਰਮਾਣਿਕ ਨਹੀਂ। ਫਿਰ ਉਹ ਅਸੀਂ ਅਮਰੀਕਾ ਦੇ ਮਾਡਲਸ ਦੇ ਵਿਦਿਨ ਅਸੀਂ ਜੀ ਰਹੇ ਹੋਵਾਂਗੇ ਤੇ ਅਸੀਂ ਉਹਦਾ ਡਾਟਾ ਹੋਵਾਂਗੇ, ਅਸੀਂ ਉਹਦਾ ਪਰਸਪੈਕਟਿਵ ਨਹੀਂ ਹੋਵਾਂਗੇ। ਸੋ ਉਹਦੇ 'ਚ ਸਾਡੀ ਫਿਜ਼ੀਕੈਲਿਟੀ ਤੇ ਸਾਡੀਆਂ ਮਾਈਂਡ ਦੀਆਂ ਹਾਲਤਾਂ ਜਿਹੜੀਆਂ ਆ ਉਹ ਬੇਗਾਨੇ ਗਿਆਨ ਸ਼ਾਸਤਰ 'ਚ ਜਾਂ ਏਲੀਅਨ ਗਿਆਨ ਸ਼ਾਸਤਰ ਦੇ ਵਿੱਚ ਹੋਣਗੇ। ਸੋ ਏਲੀਅਨ ਨੂੰ ਮੈਂ ਕੋਈ ਨੈਗੇਟਿਵ ਵੀ ਨਹੀਂ ਕਹਿ ਰਿਹਾ, ਪਰ ਉਹਦੇ 'ਚ ਸਾਡੀ ਪਾਰਟਿਸਿਪੇਸ਼ਨ ਨਹੀਂ ਬਣਦੀ। ਸੋ ਅਸੀਂ ਜਿਹੜੀ ਅਮਰੀਕਾ 'ਚ ਨਾਥ ਪ੍ਰਕਾਸ਼ ਸੰਸਥਾ ਸ਼ੁਰੂ ਕੀਤੀ ਹੈ, ਉਹ ਇਸ ਕਰਕੇ ਕੀਤੀ ਹੈ ਕਿ ਅਮਰੀਕਾ ਜਿਹੜਾ ਆ ਵੈਸਟ ਜਿਹੜਾ ਆ ਉਹਦੀ ਰਿਪਰੈਜ਼ੈਂਟੇਸ਼ਨ ਆ। ਵੈਸਟ ਦਾ ਮਤਲਬ ਹੈ ਕਿ ਜੋ ਗ੍ਰੀਕ ਤੇ ਰੋਮਨ ਫਿਲਾਸਫੀ ਦੇ ਵਿੱਚ ਪੈਦਾ ਹੋਇਆ ਤੇ ਉਹਨੂੰ ਵੈਸਟ ਨੇ ਜੋ ਫਿਲਾਸਫੀ ਦੇ ਵਿੱਚ ਅੱਗੇ ਖਾਸ ਕਰ ਜਰਮਨ ਤੇ ਫਰਾਂਸ ਨੇ ਜੋ ਡਿਵੈਲਪ ਕੀਤਾ, ਉਹਦੇ ਵਿੱਚੋਂ ਜਿਹੜਾ ਵਿਹਾਰਕ ਜ਼ਿੰਦਗੀ ਦਾ ਮਾਡਲ ਨਿਕਲਦਾ, ਉਹਦਾ ਸਿਖਰਲਾ ਰੂਪ ਅਮਰੀਕਾ ਹੈ। ਸੋ ਅਸੀਂ ਅਮਰੀਕਾ 'ਚ ਤਾਂ ਇਹ ਸੰਸਥਾ ਬਣਾਈ ਕਿ ਉਸ ਵੈਸਟ ਦੀ ਉਸ ਜਿਹੜਾ ਉਹਦਾ ਵਿਹਾਰਕ ਮਾਡਲ ਆ ਉਹਦੇ ਵਿੱਚ ਸਿੱਖ ਸੁਸਾਇਟੀ ਡਾਇਲੌਗ ਦੇ ਵਿੱਚ ਆਵੇ ਤੇ ਸ਼ਬਦ ਦੀ ਸੰਭਾਵਨਾ ਦੇ ਨਾਲ ਆਪਣਾ ਸਿਵਲਾਈਜੇਸ਼ਨਲ ਮਾਡਲ ਜਿਹੜਾ ਉਹ ਪੇਸ਼ ਕਰੇ। ਸੋ ਅਸੀਂ ਜੇ ਇੱਥੇ ਇੱਕ ਐਂਥਰੋਪੋਲੋਜੀ ਦੇ ਤੌਰ ਤੇ, ਭਾਵ ਸਰੀਰਾਂ ਦੇ ਤੌਰ ਤੇ ਹੋਵਾਂਗੇ, ਤਾਂ ਅਸੀਂ ਇੱਥੇ ਇਹ ਮੰਗ ਕਰ ਸਕਦੇ ਹਾਂ ਕਿ ਸਾਡੇ ਨੂੰ ਵੀ ਕਿਸੇ ਸਬਜੈਕਟ ਦੇ ਵਿੱਚ ਡਾਟੇ ਦੇ ਤੌਰ ਤੇ ਪਾਰਟਿਸਿਪੇਟ ਕੀਤਾ ਜਾਵੇ। ਜਿਵੇਂ ਅਸੀਂ ਕਿ ਸਿੱਖ ਹਿਸਟਰੀ ਦਾ ਕੋਈ ਚੈਪਟਰ ਲਾਇਆ ਜਾਵੇ, ਪਰ ਜਿੰਨਾ ਚਿਰ ਕੋਈ ਵੀ ਡਾਟਾ ਆਪਣਾ ਪਰਸਪੈਕਟਿਵ ਨਹੀਂ ਲੈ ਕੇ ਆਉਂਦਾ, ਉਹਨਾਂ ਚਿਰ ਉਹ ਮਿਸ ਰਿਪਰੈਜ਼ੈਂਟੇਸ਼ਨ ਨਹੀਂ ਹੁੰਦੀ। ਤੋ ਇਸ ਕਰਕੇ ਜੇ ਅਸੀਂ ਅਮਰੀਕਾ ਦੇ ਹਿਸਟਰੀ ਦੇ ਮਾਡਲ ਦੇ ਵਿੱਚ ਸਿੱਖ ਹਿਸਟਰੀ ਪੜ੍ਹਾਵਾਂਗੇ ਤਾਂ ਉਹ ਹਿਸਟਰੀ ਦੀ ਠੀਕ ਸਪਿਰਿਟ ਨਹੀਂ ਪੜ੍ਹਾ ਸਕਦਾ। ਸੋ ਸਾਨੂੰ ਇੱਥੋਂ ਦੀ ਹਿਸਟਰੀ ਦੇ ਮਾਡਲ ਦੇ ਨਾਲ ਜਿਹੜਾ ਮੈਟਾ ਹਿਸਟਰੀ ਦਾ ਸ਼ਬਦ ਦਾ ਮਾਡਲ ਆ ਉਹਦਾ ਡਾਇਲੌਗ ਕਰਾਉਣਾ ਪਏਗਾ। ਸੋ ਪਰਸਪੈਕਟਿਵ ਦੇ ਨਾਲ ਸਾਡਾ ਡਾਟਾ ਆਉਣਾ ਚਾਹੀਦਾ। ਇਹ ਜਿੰਨਾ ਚਿਰ ਸਾਡੇ ਬੱਚੇ ਆਪਣਾ ਪਰਸਪੈਕਟਿਵ ਨਹੀਂ ਸਮਝਣਗੇ, ਉਹ ਇਸ ਮਾਡਲ ਦੇ ਵਿੱਚ ਉਨੀ ਧੁਰ ਅੰਦਰੋਂ ਰਿਅਲਾਈਜੇਸ਼ਨ ਦੇ ਰੂਪ ਤੋਂ ਇਹਦੇ 'ਚ ਪਾਰਟਿਸਿਪੇਟ ਨਹੀਂ ਕਰ ਸਕਦੇ। ਪ੍ਰੋਫੈਸਰ ਮੈਂ ਇੱਥੇ ਇੱਕ ਮਾਫੀ ਮੰਗਦੀ ਹਾਂ, ਤੁਹਾਨੂੰ ਇੱਥੇ ਰੋਕ ਰਹੀ ਹਾਂ। ਇੱਕ ਸਵਾਲ ਇੱਥੇ ਜ਼ਰੂਰ ਮੈਂ ਤੁਹਾਡੇ ਅੱਗੇ ਰੱਖਣਾ ਚਾਹੁੰਦੀ ਹਾਂ, ਖਾਸ ਕਰਕੇ ਯੂਨਾਈਟਿਡ ਸਟੇਟਸ ਦੀ ਆਡੀਅנס ਹੈ, ਉਹਨਾਂ ਲਈ, ਉਨ ਬੱਚਿਆਂ ਲਈ ਜੋ ਇੱਥੇ ਦੀ ਹਿਸਟਰੀ ਪੜ੍ਹਦੇ ਹੈ। ਇੱਥੇ ਇੱਕ ਬਹੁਤ ਪੋਪੂਲਰ ਚੀਜ਼ ਸਿਖਾਈ ਜਾਂਦੀ ਹੈ, ਫਰੀडम ਆਫ ਸਪੀਚ, ਫਰੀडम ਆਫ ਰਿਲੀਜਨ, ਜਿਨ ਅਸੂਲਾਂ ਉੱਤੇ ਮੁਲਕ ਬਣਿਆ ਸੀ। ਐਂਡ ਇਸ ਮੁਲਕ ਨੂੰ ਦੁਨੀਆ ਦੀ ਸਭ ਤੋਂ ਪੁਰਾਣੀ ਡੈਮੋਕ੍ਰੇਸੀ ਕਿਹਾ ਜਾਂਦਾ ਹੈ। ਬਟ 1700s ਦੇ ਵਿੱਚ ਜਦੋਂ ਇਹ ਸਾਰੀ ਚੀਜ਼ ਹੋਈ ਸੀ, ਇਹ ਪ੍ਰਿੰਸੀਪਲਸ ਨੂੰ ਇਸਟੈਬਲਿਸ਼ ਕੀਤਾ ਸੀ, ਉਸ ਤੋਂ ਕਿੰਨੀ ਚਿਰ ਪਹਿਲੇ ਅਗਰ ਅਸੀਂ ਉਨ ਅਸੂਲਾਂ ਦੀ ਗੱਲ ਹੀ ਕਰ ਰਹੇ ਹਾਂ, ਗੁਰੂ ਤੇਗ ਬਹਾਦਰ ਜੀ ਨੇ ਇਹੀ ਅਸੂਲ ਜਤਾਏ ਸੀ। ਉਹਨਾਂ ਨੂੰ ਹਿੰਦੀ ਚਾਦਰ ਕਹਿੰਦੇ ਆ, ਫਰੀडम ਆਫ ਰਿਲੀਜਨ, ਇਨ ਅਸੂਲਾਂ ਨੂੰ, ਫਰੀडम ਆਫ ਸਪੀਚ ਨੂੰ ਲੈ ਕੇ ਉਹਨਾਂ ਨੇ ਪ੍ਰਚਾਰ ਕੀਤਾ ਸੀ, ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਸੀ। ਅਗਰ ਅਸੀਂ ਇਨ ਚੀਜ਼ਾਂ ਨੂੰ ਅੱਗੇ ਲੈ ਕੇ ਆਈਏ, ਤੁਹਾਨੂੰ ਲੱਗਦਾ ਹੈ ਕਿ ਇੱਥੇ ਹੋਰ ਉਹ
ਕਨਸੈਪਟਸ ਰਿਲੇਟੇਬਲ ਹੋ ਸਕਦੇ ਹੈ, ਇੱਕ ਸਿੰਪਲ ਤੌਰ 'ਤੇ, ਭਾਵੇਂ ਉਹ ਬੱਚਿਆਂ ਲਈ ਹੋਣ, ਭਾਵੇਂ ਉਹ ਜੋ ਐਜੂਕੇਸ਼ਨ ਦੀ ਸੰਸਥਾਵਾਂ ਹਨ, ਐਜੂਕੇਸ਼ਨ ਦੇ ਇੰਸਟੀਟਿਊਟਸ ਹਨ, ਸਕੂਲਸ ਹਨ, ਉਹਨਾਂ ਦੇ ਵਿੱਚ ਅਗਰ ਅਸੀਂ ਇਸ ਤਰ੍ਹਾਂ ਇਹਨੂੰ ਪੇਸ਼ ਕਰੀਏ ਕਿ ਸਾਡੇ ਗੁਰੂਆਂ ਨੇ ਉਹੀ ਚੀਜ਼ਾਂ ਕਹੀਆਂ। ਗੁਰੂ ਨਾਨਕ ਦੇਵ ਜੀ ਨੇ ਔਰਤਾਂ ਦੀ ਅਗਵਾਈ ਕੀਤੀ, ਫੈਮਿਨਿਸਟ ਸੀਗੇ ਉਹ। ਅਗਰ ਇਨ ਚੀਜ਼ਾਂ ਨੂੰ ਅਸੀਂ ਅਗਰ ਟਾਈਮ ਲਾਈਨ ਦੇ ਤੌਰ 'ਤੇ ਪੇਸ਼ ਕਰੀਏ, ਕੀ ਤੁਹਾਨੂੰ ਲੱਗਦਾ ਹੈ ਇੱਥੇ ਦੀ ਜੋ ਆਡੀਅנס ਹੈਗੀ, ਭਾਵੇਂ ਉਹ ਸਾਡੀ ਕਮਿਊਨਿਟੀ ਹੋਏ, ਬਾਹਰਲੇ ਕਮਿਊਨਿਟੀ ਹੋਣ, ਉਹਨਾਂ ਨੂੰ ਇਹ ਚੀਜ਼ਾਂ ਹੋਰ ਆਸਾਨੀ ਦੇ ਨਾਲ ਅਸੀਂ ਸਮਝਾ ਸਕਦੇ ਹਾਂ? ਹਾਂਜੀ, ਇਹ ਜਿਹੜਾ ਤੁਸੀਂ ਗੱਲ ਕਹਿ ਰਹੇ ਹੋ, ਜਿਹੜਾ ਇੱਕ ਸੈਕੂਲਰ ਰੈਲਮ ਦੇ ਵਿੱਚ ਰਹਿੰਦੇ ਹੋਏ, ਉਹਦੀ ਡੋਮੀਨੈਂਸ ਦੇ ਵਿੱਚ ਰਹਿੰਦੇ ਹੋਏ, ਅਸੀਂ ਕਈ ਵਾਰੀ ਪੋਪੂਲਰ ਰੂਪ 'ਚ ਜਾਂ ਜਿਹੜਾ ਇੱਕ ਆਮ ਜ਼ਿੰਦਗੀ ਦੇ ਵਿੱਚ ਵਿਹਾਰਕ ਤੌਰ 'ਤੇ ਜਿਹੜਾ ਅਸੈਪਟ ਕੀਤਾ ਜਾਂਦੀਆਂ ਜਿਹੜੇ ਪੈਰਲਲਿਜ਼ਮ, ਅਸੀਂ ਉਹ ਲੱਭ ਲੈਂਦੇ ਹਾਂ। ਇਹ ਵੀ ਲੱਭਣੇ ਚਾਹੀਦੇ, ਇਹਨਾਂ 'ਚ ਕੋਈ ਹਰਜ ਨਹੀਂ ਗਾ ਜੀ। ਪਰ ਅਸਲ ਦੇ ਵਿੱਚ ਇਹਦੇ ਵਿੱਚ ਜਿਹੜਾ ਸਿਧਾਂਤਕ ਤੌਰ 'ਤੇ ਥੋੜਾ ਫਰਕ ਆ ਜੀ। ਸੋ ਜਿਹੜਾ ਰਿਲੀਜਨ ਆ, ਉਹਦੀ ਵਿਆਖਿਆ ਸੈਕੂਲਰਿਜ਼ਮ 'ਚ ਜਿਹੜੀ ਹੁੰਦੀ ਆ, ਤੇ ਜਿਹੜੀ ਸ਼ਬਦ ਦੇ ਫਲਸਫੇ ਦੇ ਵਿੱਚ ਰਿਲੀਜਨ ਦੀ ਵਿਆਖਿਆ ਹੁੰਦੀ, ਉਹ ਥੋੜੀ ਡਿਫਰੈਂਟ ਹੈ। ਸੋ ਉਹਦਾ ਇਹ ਹੈ ਕਿ ਜਿਹੜਾ ਮਤਲਬ ਕਿ ਜਿਹੜੇ ਵੱਖ-ਵੱਖ ਰਿਲੀਜਨਸ ਹਨ, ਗੁਰਬਾਣੀ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਲੈਂਦੀ, ਉਹਨਾਂ 'ਚ ਨਾਮ ਰਸ ਦੀ ਯੂਨੀਵਰਸੈਲਿਟੀ ਬਣਾਉਂਦੀ ਤੇ ਉਹਦੇ ਵਿੱਚ ਸ਼ਬਦ ਦੀ ਵਿਸ਼ਵ ਵਿਆਪਕਤਾ ਬਣਾਉਂਦੀ, ਉਹਦੀ ਬ੍ਰਹਿਮੰਡਤਾ ਬਣਾਉਂਦੀ। ਸੋ ਨਾਮ ਰਸ ਦੇ ਤੌਰ 'ਤੇ ਜਿੰਨੀਆਂ ਵੀ ਮਿਸਟਿਕ ਟ੍ਰੈਡੀਸ਼ਨਸ ਹਨ, ਤੇ ਮਿਸਟਿਕ ਟ੍ਰੈਡੀਸ਼ਨਸ ਦੇ ਥੱਲੇ ਜਿੰਨੇ ਵੀ ਕ੍ਰੀਏਟਿਵ ਆਸਪੈਕਟ ਹਨ ਲਾਈਫ ਦੇ, ਜਾਂ ਸੋਸ਼ਲ ਲੈਵਲ 'ਤੇ ਜਿਹੜੀਆਂ ਪੇਨ ਵਾਲੀਆਂ ਪੋਜੀਸ਼ਨਸ ਹਨ ਸੁਸਾਇਟੀ ਦੀਆਂ, ਉਹ ਸਾਰੀਆਂ ਇੱਕ ਪਾਸੇ ਹੁੰਦੀਆਂ ਹਨ, ਇੱਕ ਚੀਜ਼ 'ਚ ਹੁੰਦੀਆਂ ਹਨ। ਤੇ ਉਹਦਾ ਜਿਹੜਾ ਗਿਆਨ ਦਾ ਰੂਪ ਹੈ, ਜਿਹਦੀ ਕਾਸਮਿਸਿਟੀ ਹੈ, ਉਹ ਯੂਨੀਵਰਸਲ ਹੁੰਦਾ ਹੈ। ਸੋ ਇਸ ਕਰਕੇ ਇਹਦੇ ਵਿੱਚ ਧਰਮ ਵੱਖ-ਵੱਖ ਨਹੀਂ ਰਹਿੰਦੇ। ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦਾ, ਉੱਥੇ ਨਾਮ ਰਸ ਦੇ ਤੌਰ 'ਤੇ ਜਿਹੜੀਆਂ ਕੈਟੇਗਰੀਜ਼ ਬਣਦੀਆਂ ਹਨ, ਉਹਨਾਂ ਦੀ ਰਿਪਰੈਜ਼ੈਂਟੇਸ਼ਨ ਗੁਰੂ ਬੋਡੀ ਦੇ ਵਿੱਚ ਹੈ, ਜਿਹੜੀ ਕਿ ਸ਼ਬਦ ਦੀ ਬ੍ਰਹਿਮੰਡਤਾ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਧਰਤੀ ਦੇ ਉੱਤੇ। ਜਿਹੜਾ ਸੈਕੂਲਰਿਜ਼ਮ ਹੈ, ਇਹ ਰਿਲੀਜੀਅਨਸ ਨੂੰ ਵੱਖਰਾ ਵੱਖਰਾ ਕਰ ਦਿੰਦਾ ਹੈ ਤੇ ਪ੍ਰਾਈਵੇਟ ਮਸਲੇ ਬਣਾ ਦਿੰਦਾ ਹੈ। ਸੋ ਇਸ ਕਰਕੇ ਜਿਹੜਾ ਇਹ ਸ਼ਬਦ ਹੈ, ਇਹਦੇ ਵਿੱਚੋਂ ਗਿਆਨ ਦਾ ਪਰਸਪੈਕਟਿਵ ਕੱਢ ਕੇ ਉਹਦਾ ਡਾਇਲੋਗ ਕਰ, ਇਹ ਜਿੰਨਾ ਚਿਰ ਅਸੀਂ ਇਹ ਨਹੀਂ ਕਰਾਂਗੇ, ਥੋੜਾ ਜਿਹਾ ਆਮ ਮੀਡੀਅਮ ਨਾਲੋਂ ਵੱਖਰਾ ਹੈ, ਜਿਹੜਾ ਪੋਪੂਲਰ ਗੱਲਬਾਤ ਚੱਲਦੀ ਹੈ, ਇਸ ਕਰਕੇ ਥੋੜਾ ਜਿਹਾ ਹੋ ਸਕਦਾ ਕਿ ਲੋਕਾਂ ਨੂੰ ਲੱਗੇ ਵੀ ਇਹ ਕਿਸ ਤਰ੍ਹਾਂ ਦੇ ਵੱਖਰਾ ਆ ਜੀ, ਪਰ ਇੱਕ ਬੁਨਿਆਦੀ ਗੱਲ ਹੈ ਸਿੱਖੀ ਦੀ। ਤੋ ਜਿੰਨਾ ਚਿਰ ਅਸੀਂ ਇਹ ਨਹੀਂ ਕਰਾਂਗੇ, ਸਾਡੇ ਬੱਚੇ ਇੱਥੇ ਜਦੋਂ ਆਪਣਾ ਪਰਸਪੈਕਟਿਵ ਪੈਦਾ ਕਰਕੇ ਇੱਥੋਂ ਦੇ ਮਾਡਲ ਨਾਲ ਡਾਇਲੋਗ ਕਰਨ ਦੀ ਸੰਭਾਵਨਾ ਰੱਖਣਗੇ, ਤਾਂ ਉਹਨਾਂ ਨੂੰ ਲੱਗੇਗਾ ਕਿ ਇਸ ਧਰਤੀ ਤੇ ਜੋ ਚੱਲ ਰਿਹਾ ਹੈ, ਉਸ ਨੂੰ ਅੱਗੇ ਲਿਜਾਣ ਦੇ ਵਿੱਚ ਅਸੀਂ ਸਿੱਖ ਟ੍ਰੈਡੀਸ਼ਨ ਨੂੰ ਜੇ ਜੁੜਾਂਗੇ ਤਾਂ ਅਸੀਂ ਇਹਦੇ ਨਾਇਕ ਬਣ ਸਕਦੇ ਹਾਂ, ਇਹਨੂੰ ਅੱਗੇ ਲਿਜਾਣ ਵਾਲੇ ਬਣ ਸਕਦੇ ਜੀ। ਸੋ ਜਿੰਨਾ ਚਿਰ ਉਹ ਹਿਸਟਰੀ ਦੀ ਰਿਪਰੈਜ਼ੈਂਟੇਸ਼ਨ ਦੇ ਵਿੱਚ ਉਹਨਾਂ ਦੇ ਅੰਦਰੋਂ ਕੋਈ ਨੁਮਾਇੰਦਗੀ ਦਾ ਰੂਪ ਨਹੀਂ ਪੈਦਾ ਹੁੰਦਾ, ਉਹਨਾਂ ਚਿਰ ਸਾਡੇ ਬੱਚੇ ਜਿਹੜੇ ਆ, ਉਹ ਫਿਰ ਅਸੀਂ ਕਹਿੰਦੇ ਕਿ ਤੁਸੀਂ ਉੱਥੋਂ ਦੀਆਂ ਚੀਜ਼ਾਂ ਨੂੰ ਸਾਈਕੋਲੋਜੀਕਲ ਲੈਵਲ ਤੇ, ਥੋੜਾ ਇਮੋਸ਼ਨਲ ਲੈਵਲ ਤੇ ਜੁੜੋ, ਜਾਂ ਉਹਦੀਆਂ ਪੇਨ ਦੀਆਂ ਚੀਜ਼ਾਂ ਨੂੰ ਅਸੀਂ ਇੱਥੇ ਜ਼ਿਆਦਾ ਕਰਦੇ ਹਾਂ ਤਾਂ ਕਿ ਉਹਦੇ ਨਾਲ ਜੁੜਿਆ ਜਾਵੇ। ਸੋ ਉਹਦੇ ਵੀ ਮਸਲੇ ਬੜੇ ਆ ਕਿ ਜਦੋਂ ਇਨਆਥੈਂਟਿਕ ਮਾਈਗ੍ਰੇਸ਼ਨ ਹੁੰਦੀ ਆ, ਉਹਦੀਆਂ ਕੀ ਲਿਮਿਟੇਸ਼ਨਸ ਹੁੰਦੀਆਂ ਤੇ ਉਹ ਕਿਹੜੀ ਆਰਥੋਡਾਕਸੀ 'ਚ ਚਲੀ ਜਾਂਦੀ ਹੈ, ਸੋ ਉਹ ਓਪਨ ਨਹੀਂ ਰਹਿੰਦੀ। ਸੋ ਸੈਕੂਲਰਿਜ਼ਮ ਦੇ ਗਿਆਨ ਵਿਧਾਨ ਜਿੰਨੇ ਵੀ ਮੌਜੂਦ ਹਨ, ਉਹਨਾਂ ਦੇ ਨਾਲ ਸ਼ਬਦ 'ਚੋਂ ਡਾਇਲੋਗ ਕਰਨਗੇ ਜਦੋਂ ਸਾਡੇ ਬੱਚੇ ਇੱਥੇ, ਤਾਂ ਪਰਸਪੈਕਟਿਵ ਨਾਲ ਅਸੀਂ ਇਸ ਧਰਤੀ ਤੇ ਸ਼ਬਦ ਦੀ ਪਾਰਟਿਸਿਪੇਸ਼ਨ ਦੇ ਸਕਾਂਗੇ, ਜਿਹਦੇ ਨਾਲ ਸਾਡਾ ਕਲਚਰ ਵੀ ਅੱਗੇ ਆਏਗਾ, ਸਾਡਾ ਗਿਆਨ ਸ਼ਾਸਤਰ ਵੀ, ਸਾਡਾ ਅਧਿਆਤਮ ਵੀ ਅੱਗੇ, ਤੇ ਸਾਡੀ ਭਾਸ਼ਾ ਗੁਰਮੁਖੀ ਜਿਹੜੀ ਹੈ, ਉਹਦੀ ਵੀ ਇੱਕ ਨਵੀਂ ਸਿਧਾਂਤਕਾਰੀ ਜਿਹੜੀ ਭਾਸ਼ਾ ਸ਼ਾਸਤਰ ਦੇ ਨੁਕਤੇ ਤੋਂ ਆ, ਉਹ ਸਾਹਮਣੇ ਆਏਗੀ ਜੀ। ਤਰ੍ਹਾਂ ਦੀਆਂ ਸੰਭਾਵਨਾਵਾਂ ਇਹਦੇ 'ਚ ਪਈ। ਪ੍ਰੋਫੈਸਰ ਜਗਦੀਸ਼ ਜੀ, ਤੁਸੀਂ ਜੋ ਇਹ ਗੱਲ ਕਹੀ, ਇਹ ਬਹੁਤ ਆਈ ਥਿੰਕ ਇੱਥੇ ਮਾਇਨੇ ਰੱਖਦੀ ਹੈ ਕਿ ਜਿੱਥੇ ਇੱਕ ਪਾਸੇ ਇਹ ਜੋ ਪੋਪੂਲਰ ਅਸੀਂ ਪੈਰਲਲਿਜ਼ਮ ਕ੍ਰੀਏਟ ਕਰ ਲੈਂਦੇ, ਇੱਕ ਚੀਜ਼ ਨੂੰ ਦੂਜੀ ਨਾਲ ਜੋੜਨਾ, ਜੋ ਇੱਥੇ ਦੀਆਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਸਾਡੇ ਸ਼ਬਦਾਂ ਦੇ ਨਾਲ ਜੋੜਨਾ ਜਾਂ ਗੁਰੂਆਂ ਦੇ ਨਾਲ ਜੋੜਨਾ, ਉਹ ਇੱਕ ਚਲੋ ਚੰਗੀ ਚੀਜ਼ ਵੀ ਹੈਗੀ ਬਿਕੋਜ਼ ਈਜ਼ੀਲੀ ਰਿਲੇਟੇਬਲ ਹੈ, ਬਟ ਸਾਨੂੰ ਉਹ ਤੋਂ ਉੱਠ ਕੇ ਪ੍ਰਚਾਰ ਕਰਨਾ ਚਾਹੀਦਾ, ਜਿਹਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ। ਮੈਂ ਜ਼ਰੂਰ ਕੁਛ ਐਕਸ਼ਨ ਆਈਟਮਸ
ਤੁਹਾਡੇ ਤੋਂ ਲੈਣਾ ਚਾਹਾਂਗੀ ਇਸ ਚੀਜ਼ ਬਾਰੇ, ਬਿਕਾਜ਼ ਇਹ ਬਹੁਤ ਮੈਂ ਕਹਾਂਗੀ ਵੱਡਾ ਤੇ ਇੱਕ ਲੰਬਾ ਪ੍ਰੋਜੈਕਟ ਹੈ, ਪ੍ਰੋਸੈਸ ਹੈ, ਐਂਡ ਇਸ ਚੀਜ਼ ਲਈ ਤੁਸੀਂ ਸਾਡੇ ਵਿਊਅਰਸ ਨੂੰ ਕੀ ਕੁਝ ਸੁਝਾਅ ਦੇ ਸਕਦੇ ਹੋ ਉਹਦੇ ਬਾਰੇ ਗੱਲ ਕਰਾਂਗੇ। ਇੱਕ ਹੋਰ ਛੋਟੀ ਜਿਹੀ ਬ੍ਰੇਕ ਲਈ ਇੱਥੇ ਅਸੀਂ ਰੁਕ ਰਹੇ ਹਾਂ, ਪਲੀਜ਼ ਕਿਤੇ ਨਾ ਜਾਇਓ ਵਿਊਅਰਸ, ਤੁਸੀਂ ਵੀ ਇਸ ਤਰ੍ਹਾਂ ਜੁੜੇ ਰਹੋ, ਤੁਹਾਡੇ ਲਈ ਕੁਝ ਸੁਝਾਅ ਲੈ ਕੇ ਆਵਾਂਗੇ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਪ੍ਰੋਗਰਾਮ ਅੱਜ ਦਾ ਮੁੱਦਾ। ਤੁਸੀਂ ਵੇਖ ਰਹੇ ਹੋ ਤੇ ਸਾਡੇ ਨਾਲ ਜੁੜੇ ਹਨ ਮਿਸ਼ੀਗਨ ਕੈਂਟਨ ਤੋਂ ਪ੍ਰੋਫੈਸਰ ਜਗਦੀਸ਼ ਸਿੰਘ ਜੀ। ਪ੍ਰੋਫੈਸਰ ਉਹਨਾਂ ਦਾ ਤੁਸੀਂ ਨਾਰਮਲੀ ਅੰਮ੍ਰਿਤਸਰ ਦੇ ਵਿੱਚ ਹੁੰਦੇ ਹੋ, ਬਟ ਕਾਫੀ ਮਹੀਨਿਆਂ ਲਈ ਤੁਸੀਂ ਇੱਥੇ ਯੂਨਾਈਟਿਡ ਸਟੇਟਸ ਦੇ ਵਿੱਚ ਨਾਦ ਪ੍ਰਕਾਸ਼ ਸੰਸਥਾ ਦੇ ਯੂਨਾਈਟਿਡ ਸਟੇਟਸ ਦੇ ਪ੍ਰੋਜੈਕਟਸ ਨੂੰ ਅੱਗੇ ਵਧਾਉਣ ਲਈ ਪਹੁੰਚੇ ਹੋਏ ਹੋ, ਸੰਗਤ ਨਾਲ, ਕਮਿਊਨਿਟੀ ਦੇ ਨਾਲ ਮਿਲ ਰਹੇ ਹੋ, ਉਹਨਾਂ ਦੇ ਕੀ ਪੇਨ ਪੁਆਇੰਟਸ ਹਨ, ਕੀ ਚੀਜ਼ਾਂ ਦੀ ਉਹਨਾਂ ਨੂੰ ਤਲਬ ਹੈ, ਉਹਦੇ ਬਾਰੇ ਐਜ਼ ਅ ਰਿਸਰਚਰ ਵੁੱਡ ਡੂ, ਰਿਸਰਚ ਵੀ ਕਰ ਰਹੇ ਹੋ ਅਤੇ ਉਹਨਾਂ ਦੇ ਨਾਲ ਜਾਣਕਾਰੀ ਵੀ ਸ਼ੇਅਰ ਕਰ ਰਹੇ ਹੋ। ਪ੍ਰੋਫੈਸਰ ਅਸੀਂ ਤਾਂ ਅੱਜ ਜਿੱਦਾਂ ਕਹਿੰਦੇ ਨਾ ਮਾੜੀ ਜੀ ਸਰਫੇਸ ਹੀ ਸਕ੍ਰੈਚ ਕੀਤੀ ਹੈ ਇਨ ਟੌਪਿਕਸ ਉੱਤੇ, ਖਾਸ ਕਰਕੇ ਜੋ ਇਹ ਸੰਸਥਾ ਵੱਖ ਕੰਮ ਕਰ ਰਹੀ ਹੈ ਹਾਇਰ ਐਜੂਕੇਸ਼ਨ ਦੇ ਵਿੱਚ, ਰਿਸਰਚ ਦੇ ਵਿੱਚ, ਖਾਸ ਕਰਕੇ ਸ਼ਬਦ ਫਿਲੋਸਫੀ ਉੱਤੇ। ਸੋ ਇਹ ਬਹੁਤ ਡੂੰਘਾ ਸਬਜੈਕਟ ਹੈ। ਆਈ ਡੋਂਟ ਥਿੰਕ ਕਿਸੇ ਵੀ ਇੱਕ ਪ੍ਰੋਗਰਾਮ ਦੇ ਵਿੱਚ ਇਹਦੀ ਸਾਰੀ ਅਸੀਂ ਗੱਲ ਕਰ ਸਕਦੇ ਹਾਂ, ਬਟ ਜ਼ਰੂਰ ਅੱਜ ਜਦੋਂ ਅਸੀਂ ਇਸ ਇੱਕ ਇੰਟਰੋਡਕਸ਼ਨ ਪ੍ਰੋਗਰਾਮ ਦੇ ਵਿੱਚ ਵਿਊਅਰਸ ਨੂੰ ਕੋਈ ਕਲੋਜ਼ਿੰਗ ਅਗਰ ਮੈਸੇਜ ਦੇਣ ਦੀ ਗੱਲ ਕਰਦੇ ਹਾਂ, ਕੋਈ ਐਕਸ਼ਨ ਆਈਟਮਸ ਦੇਣ ਦੀ ਗੱਲ ਕਰਦੇ ਹਾਂ, ਖਾਸ ਕਰਕੇ ਜੋ ਸਾਡੇ ਬਾਹਰਲੇ ਮੁਲਕਾਂ ਦੇ ਵਿੱਚ ਪਰਿਵਾਰ ਵਸਦੇ ਹੈ, ਯੂਨਾਈਟਿਡ ਸਟੇਟਸ, ਕੈਨੇਡਾ, UK, ਆਸਟ੍ਰੇਲੀਆ, ਸਾਰਿਆਂ ਦੀ ਇੱਕ ਸਾਂਝੀ ਅਸੀਂ ਕਹਿ ਸਕਦੇ ਹਾਂ, ਸਾਂਝਾ ਇੱਕ ਦਰਦ ਹੈ ਜੋ ਤੁਸੀਂ ਵੀ ਮਹਿਸੂਸ ਕੀਤਾ ਇੱਥੇ ਆ ਕੇ, ਕਿ ਅਗਲੀ ਪੀੜ੍ਹੀ ਕਿਸ ਤਰ੍ਹਾਂ ਸਾਡੇ ਇਤਿਹਾਸ ਨਾਲ ਜੁੜੇਗੀ, ਉਹਨਾਂ ਦੇ ਵਿੱਚ ਆਪ ਦੇ ਵਿੱਚ ਕਿਸ ਤਰ੍ਹਾਂ ਅਸੀਂ ਉਹ ਉਤਸ਼ਾਹ ਜਗਾ ਸਕਦੇ ਹਾਂ ਤਾਂ ਕਿ ਉਹ ਸਿਰਫ ਇੱਕ ਸਰਫੇਸ ਤੌਰ 'ਤੇ ਇੱਕ ਸੁਪਰਫਿਸ਼ਲ ਕੰਪੈਰੀਜ਼ਨ ਨਾ ਹੋਏ, ਬਟ ਇੱਕ ਡੂੰਘੇ ਤੌਰ 'ਤੇ ਉਹਨਾਂ ਨੂੰ ਸਮਝ ਹੋਏ, ਉਹ ਸਾਡੀ ਗੁਰਮੁਖੀ ਨੂੰ, ਸਾਡੀ ਸਿੱਖਿਆ ਨੂੰ ਅੱਗੇ ਵਧਾ ਸਕਣ। ਇਹਦੇ ਲਈ ਪ੍ਰੋਫੈਸਰ ਜਗਦੀਸ਼ ਜੀ ਤੁਸੀਂ ਕੀ ਮਤਲਬ ਸੁਝਾਅ ਦੇ ਸਕਦੇ ਹੋ ਡੇ ਟੂ ਡੇ ਤੇ ਲੌਂਗ ਟਰਮ, ਸਾਨੂੰ ਸਾਰਿਆਂ ਨੂੰ ਕਿਨ ਚੀਜ਼ਾਂ ਬਾਰੇ ਸੋਚਣਾ ਚਾਹੀਦਾ ਹੈ? ਪਹਿਲਾਂ ਮੈਂ ਜਿਹੜੀ ਇੱਕ ਸਟੇਟਮੈਂਟ ਦੇਣੀ ਚਾਹੁੰਦਾ ਉਹ ਥੋੜੀ ਸਿਧਾਂਤਕ ਹੈ ਕਿ ਸਿੱਖ ਸੁਸਾਇਟੀ ਨੂੰ ਆਪਣੀ ਵਿਆਖਿਆ, ਰਹਿਤ ਮਰਿਆਦਾ ਤੇ ਜਿਹੜੀਆਂ ਨਾਮ ਰਸ ਦੀਆਂ ਮਿਸਟਿਕ ਪਰੰਪਰਾਵਾਂ ਹਨ ਤੇ ਆਪਣੀਆਂ ਜਿਹੜੀਆਂ ਇਤਿਹਾਸ, ਪੋਲਿਟੀ ਤੇ ਸੁਸਾਇਟੀ ਨਾਲ ਜੁੜੇ ਜਿਹੜੇ ਇੰਸਟੀਟਿਊਸ਼ਨ ਹਨ, ਇਹਨਾਂ ਦਾ ਜਿਹੜਾ ਸੀਮਤ ਵਿਜ਼ਨ ਦੇ ਵਿੱਚ ਇੰਟਰਪ੍ਰੈਟ ਕੀਤਾ ਜਾ ਰਿਹਾ ਹੈ। ਇਹ ਸੀਮਤ ਵਿਜ਼ਨ ਦੇ ਵਿੱਚ ਦੋ ਚੀਜ਼ਾਂ ਚੱਲ ਰਹੀਆਂ ਹੈ। ਇੱਕ ਇਹਦੇ 'ਚ ਜਿਹੜੇ ਇੰਟਰਪ੍ਰੀਟੇਸ਼ਨ ਦੇ ਮਾਡਲ ਹਨ ਉਹ ਕਲੋਨੀਅਲ ਮਾਡਲ ਹਨ, ਤੇ ਇਹ ਸਾਡੀ ਆਰਥੋਡਾਕਸੀ ਹੈ ਉਹ ਫਿਊਡਲਾਈਜ਼ ਹੋਈ ਹੈ। ਸੋ ਸਾਨੂੰ ਆਪਣੀਆਂ ਇਹ ਪਰੰਪਰਾਵਾਂ ਡੀਕੋਲੋਨਾਈਜ਼ ਕਰਕੇ ਤੇ ਡੀਫਿਊਡਲਾਈਜ਼ ਕਰਕੇ ਜਿਹੜਾ ਵਿਸ਼ਵ ਦਾ ਮੌਜੂਦਾ ਗਿਆਨ ਸ਼ਾਸਤਰ ਹੈ, ਪੋਸਟ ਮਾਡਰਨ ਥਾਟ ਦਾ, ਜਾਂ ਹਾਇਰ ਸਾਇੰਸ ਦੇ ਵਿੱਚ, ਫਿਲਾਸਫੀ ਦੇ ਵਿੱਚ, ਸਾਈਕੋਲੋਜੀ ਦੇ ਵਿੱਚ, ਜਾਂ ਵੱਖ ਜਿਹੜੇ ਗਿਆਨ ਦੇ ਮਾਡਲ ਹਨ, ਉਹਨਾਂ 'ਚ ਜੋ ਨਵਾਂ ਗਿਆਨ ਆ ਰਿਹਾ ਉਹਦੇ ਨਾਲ ਡਾਇਲੋਗ ਕਰਕੇ ਆਪਣਾ ਵਿਸ਼ਵ ਵਿਆਪੀ ਮਾਡਲ ਬਣਾਉਣਾ ਚਾਹੀਦਾ ਹੈ। ਇਹ ਸਟੇਟਮੈਂਟ ਇਹ ਮੈਂ ਦੇਣੀ ਚਾਹਾਂਗਾ। ਇਹਦੇ ਨਾਲ ਜਿਹੜੀ ਸਥਾਨਕਤਾ ਹੈ ਉਹ ਟਰਾਂਸਪੇਰੈਂਟ ਹੋ ਕੇ ਆਪਣੇ ਹੋਲ ਨਾਲ ਜੁੜੇਗੀ, ਨਹੀਂ ਤੇ ਸਥਾਨਕਤਾ ਆਪਣੇ ਵਿਦਿਨ ਜਿਹੜੀ ਡਿਵੀਜ਼ਨਸ ਬਣਾ ਲੈਂਦੀ ਹੈ ਆਪਣੀ ਸਾਈਕੋਲੋਜੀ ਕਰਕੇ ਜਾਂ ਹੋਰ ਪ੍ਰੋਬਲਮਸ ਕਰਕੇ, ਉਹਦੇ ਵਿੱਚ ਹੀ ਲੀਨ ਹੋ ਜਾਏ। ਸੋ ਸਾਨੂੰ ਜਿਹੜਾ ਆ ਆਪਣਾ ਵਿਸ਼ਵ ਵਿਆਪੀ ਮਾਡਲ ਜਿਹੜਾ ਉਹ ਬਣਾਉਣਾ ਚਾਹੀਦਾ ਆ, ਡੀਕੋਲੋਨਾਈਜ਼ ਤੇ ਡੀਫਿਊਡਲਾਈਜ਼ ਕਰਕੇ ਆਪਣੇ ਵਿਜ਼ਨ ਨੂੰ। ਸੋ ਇਹਦੇ ਲਈ ਜਿਹੜਾ ਸਭ ਨਾਲੋਂ ਇੰਪੋਰਟੈਂਟ ਗੱਲ ਜਿਹੜੀ ਅਸੀਂ ਇੱਥੇ ਨਾਦ ਪ੍ਰਕਾਸ਼ USA ਵੱਲੋਂ ਕੈਂਟਨ ਮਿਸ਼ੀਗਨ 'ਚ ਕਰ ਰਹੇ ਹਾਂ, ਉਹ ਕਰ ਰਹੇ ਹਾਂ ਕਿ ਇੱਕ ਰਿਸਰਚ ਇੰਸਟੀਚਿਊਟ ਬਣਾਇਆ ਜਾਵੇ। ਸੋ ਜਿਹੜੀ ਸਾਡੀ ਅਧਿਆਤਮਿਕ ਪ੍ਰੈਕਟਿਸ ਹੈ, ਜਿਹਦੇ 'ਚ ਨਾਮ ਸਿਮਰਨ, ਕੀਰਤਨ, ਸੇਵਾ ਜਾਂ ਹੋਰ ਪਾਠ, ਇਹ ਸਾਰੀਆਂ ਟ੍ਰੈਡੀਸ਼ਨਸ ਹਨ, ਇਹਨਾਂ ਦੀ ਸ਼ਰਨ ਵਿੱਚ ਸਾਨੂੰ ਆਪਣਾ ਗਿਆਨ ਸ਼ਾਸਤਰ ਡਿਵੈਲਪ ਕਰਨ ਦਾ ਵਿਧੀ ਵਿਧਾਨ ਬਣਾਉਣਾ ਚਾਹੀਦਾ ਹੈ, ਜਿਹਦੇ 'ਚ ਅਸੀਂ ਸਬਜੈਕਟਸ ਨੂੰ ਇੰਟਰਪ੍ਰੈਟ ਕਰੀਏ। ਅਸੀਂ ਸਬਜੈਕਟ ਦੇ ਵਿਜ਼ਨ ਬਣਾਉਣ ਦੀ ਥਾਂ ਆਪਣੇ ਆਪ ਨੂੰ ਈਵੈਂਟ ਬਣਾਉਂਦੇ ਹਾਂ ਤੇ ਦੂਜੇ ਦੇ ਪਰਸਪੈਕਟਿਵ ਦੇ ਵਿੱਚ ਰੱਖ ਕੇ ਉਹਦੇ 'ਚ ਸਪੇਸ ਲੱਭਦੇ।
ਇਹਦੇ ਨਾਲ ਸਾਡਾ ਤੇ ਤਾਂ ਸਮਾਂ ਲੰਘ ਜਾਏਗਾ ਇਸ ਪੀੜ੍ਹੀ ਦਾ, ਅਗਲੀ ਪੀੜ੍ਹੀ ਦਾ ਨਹੀਂ ਲੰਘ ਸਕਦਾ, ਕਿਉਂਕਿ ਅਗਲੀ ਪੀੜ੍ਹੀ ਦੀ ਜਿਹੜੀ ਲਾਈਫ ਡਿਟਰਮਿੰਡ ਹੋ ਰਹੀ ਆ, ਉਹ ਜਿਹੜੇ ਵੈਸਟ ਦੇ ਵਿੱਚ ਸਬਜੈਕਟਸ ਦੀ ਡਿਵੀਜ਼ਨ ਆ ਜਾਂ ਫਰਾਂਸ ਜਿਹੜੀਆਂ ਇਨਸਾਈਟਸ ਆ ਰਹੀਆਂ ਕਲਚਰ ਦੀਆਂ, ਪੋਲਿਟੀ ਦੀਆਂ, ਮਿਊਜ਼ਿਕ ਦੀਆਂ, ਸਿਨੇਮੇ ਦੀਆਂ ਜਾਂ ਟੈਕਨੋਲੋਜੀ ਦੀਆਂ, ਉਹਦੇ ਨਾਲ ਜਿਹੜਾ ਕਲਚਰ ਬਣ ਰਿਹਾ ਆ, ਉਹਨਾਂ ਨੇ ਉਸ ਕਲਚਰ ਚੋਂ ਡਿਵੈਲਪ ਹੋਣਾ। ਸੋ ਜਿੰਨਾ ਚਿਰ ਅਸੀਂ ਉਹਨਾਂ ਨੂੰ ਇੰਟਰਪ੍ਰੇਟ ਨਹੀਂ ਕਰਦੇ ਤੇ ਸ਼ਬਦ ਦੇ ਵਿੱਚੋਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਦੀ ਕੋਈ ਵਿਸ਼ਵ ਵਿਆਪੀ ਗਿਆਨ ਦਾ ਵਿਧਾਨ ਨਹੀਂ ਬਣਾਉਂਦੇ, ਉਹ ਬੱਚੇ ਡਾਇਲੌਗ 'ਚ ਨਹੀਂ ਆ ਸਕਦੇ। ਸੋ ਫਿਰ ਅਸੀਂ ਉਹਨਾਂ ਨੂੰ ਸਾਈਕੋਲੋਜੀਕਲੀ ਟਰੀਟ ਕਰਕੇ ਆਪਣੀ ਸਿੱਖ ਟ੍ਰੈਡੀਸ਼ਨ ਦੀਆਂ ਕੁਝ ਗੱਲਾਂ ਦੇ ਕੇ ਉਹਨਾਂ ਨੂੰ ਉਸ ਕ੍ਰਾਈਸਿਸ ਤੋਂ ਬਚਾ ਨਹੀਂ ਸਕਦੇ। ਤੋ ਇਹ ਚੀਜ਼ਾਂ ਵੀ ਦੇਣੀਆਂ, ਅਸੀਂ ਉਹਨਾਂ ਨੂੰ ਭਾਸ਼ਾ ਨਾਲ ਵੀ ਜੋੜਨਾ, ਆਪਣੀ ਪਰੰਪਰਾ ਨਾਲ ਵੀ ਜੋੜਨਾ, ਉਹ ਜੋੜਨਾ ਆ, ਪਰ ਉਹ ਇਸ ਧਰਤੀ ਦਾ ਮੁਕਾਬਲਾ ਤਾਂ ਕਰਨਗੇ ਜੇ ਉਹ ਆਪਣਾ ਗਿਆਨ ਸ਼ਾਸਤਰ ਸ਼ਬਦ ਚੋਂ ਪੈਦਾ ਕਰਨਗੇ ਤੇ ਆਪਣਾ ਐਸਥੈਟਿਕਸ ਡਿਵੈਲਪ ਕਰਨਗੇ। ਇਹ ਗੱਲ ਇਕੱਲੀ ਵੈਸਟ ਦੀ ਨਹੀਂ, ਹੁਣ ਪੰਜਾਬ ਦੇ ਵਿੱਚ ਵੀ ਵੈਸਟ ਵੜ ਚੁੱਕਾ ਹੈ। ਸੋ ਹੁਣ ਉਹਨਾਂ ਵੈਸਟ ਵੀ ਨਹੀਂ, ਉਹ ਸਿਨੇਮੇ ਰਾਹੀਂ, ਟੀਵੀ ਰਾਹੀਂ, ਐਡਵਰਟਾਈਜ਼ਮੈਂਟ, ਸੋਸ਼ਲ ਮੀਡੀਆ, ਆਈ ਮੀਨ ਫੋਨ, ਮਾਰਕੀਟ ਜੀ। ਤੋ ਇਸ ਕਰਕੇ ਜਿਹੜਾ ਲੋਕਲ ਤੇ ਗਲੋਬਲ ਆਏ ਹੁਣ ਇਕੱਠੇ ਹੋ ਰਹੇ ਆ। ਸੋ ਇਹਨਾਂ ਦਾ ਇਕੱਠਾ ਵਿਜ਼ਨ ਬਣਾਉਣ ਲਈ ਸਿੱਖਾਂ ਨੂੰ ਇੰਸਟੀਟਿਊਸ਼ਨ ਬਣਾਉਣੇ ਚਾਹੀਦੇ ਰਿਸਰਚ ਦੇ। ਸੋ ਅਸੀਂ ਪੰਜਾਬ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ ਤੇ ਇੱਥੇ USA ਮਿਸ਼ੀਗਨ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ। ਇਹਨਾਂ ਸੈਂਟਰਸ ਦੀ ਸਪੋਰਟ ਕਰਨੀ ਚਾਹੀਦੀ ਹੈ, ਕਿਉਂਕਿ ਇਹ ਭਵਿੱਖ ਦੇ ਵਿੱਚ ਵੱਡਾ ਰਿਜ਼ਲਟ ਕੱਢ ਸਕਦੇ ਨੇ। ਤੇ ਸਿੱਖ ਸੁਸਾਇਟੀ ਕੋਲ ਕੋਈ ਚੰਗਾ ਜਰਨਲ ਨਹੀਂ ਹੈਗਾ, ਸਿਰਫ ਮੰਡੇਰ ਸਾਹਿਬ ਦਾ ਜਰਨਲ ਹੀ ਇੰਟਰਨੈਸ਼ਨਲ ਲੈਵਲ ਦਾ ਹੈ, ਸਿੱਖ ਫਾਰਮੇਸ਼ਨ। ਸਾਡੇ ਕੋਲ ਕੋਈ ਆਪਣਾ ਅਖਬਾਰ ਨਹੀਂ ਹੈਗਾ। ਸਾਡਾ ਜਿਹੜਾ ਵਿਸ਼ਵ ਦੇ ਮੀਡੀਆ ਨਾਲ ਟੈਕਲ ਕਰਦਾ ਮੀਡੀਆ ਦਾ ਉਹਦਾ ਵੱਡਾ ਸਟਰਕਚਰ ਨਹੀਂ ਹੈਗਾ। ਸੋ ਸਾਡੀਆਂ ਜਿਹੜੀਆਂ ਚੀਜ਼ਾਂ, ਸਾਡਾ ਆਰਕੀਟੈਕਚਰ ਤੇ ਕੰਮ ਨਹੀਂਗਾ, ਪੇਂਟਿੰਗ ਤੇ ਕੰਮ ਨਹੀਂਗਾ, ਸਾਡਾ ਮਿਊਜ਼ਿਕ ਦੇ ਉੱਤੇ ਕੰਮ ਨਹੀਂ, ਜਿਹਦੇ ਨਾਲ ਲਾਈਫ ਬਦਲ ਰਹੀ ਹੈ। ਅਸੀਂ ਆਪਣੇ ਚੀਜ਼ਾਂ ਪੁਰਾਣੀਆਂ ਵੀ ਨਹੀਂ ਸਾਂਭ ਰਹੇ, ਉਹਨਾਂ ਚੋਂ ਕੋਈ ਸਟਰਕਚਰ ਬਣਾ ਕੇ ਲਾਈਫ ਨਾਲ ਡਾਇਲੌਗ ਨਹੀਂ ਕਰ ਰਹੇ। ਸੋ ਸਾਡੇ ਬੱਚੇ ਘਰ 'ਚ ਸਿੱਖੀ ਪ੍ਰੈਕਟਿਸ ਕਰਨ ਦੀ ਹਦਾਇਤ 'ਚ ਰਹਿੰਦੇ ਹਨ ਤੇ ਓਪਨ ਸੁਸਾਇਟੀ 'ਚ ਜਾਂ ਸੈਕੂਲਰ ਸੁਸਾਇਟੀ ਦੇ ਵਿੱਚ ਉਹਨਾਂ ਮਾਡਲਸ ਦੇ ਨਾਲ ਸਿੱਖੀ ਦਾ ਕੋਈ ਤਾਲੁਕ ਨਹੀਂ। ਸੋ ਇਸ ਕ੍ਰਾਈਸਿਸ ਦੇ ਵਿੱਚ ਸਾਡੀਆਂ ਇੱਛਾਵਾਂ ਤੇ ਸਾਡੇ ਬੱਚਿਆਂ ਦਾ ਜੀਵਨ ਪਿਸ ਰਿਹਾ ਹੈ। ਸੋ ਇਹਨੂੰ ਬੜੀ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਇਹ ਬਹੁਤ ਵੱਡਾ ਕ੍ਰਾਈਸਿਸ ਆ। ਹੁਣ ਸਾਡੇ ਕੋਈ ਵੱਡੇ ਹਿਸਟੋਰੀਅਨਸ ਨਹੀਂ ਪੈਦਾ ਹੋ ਰਹੇ, ਕੋਈ ਵੱਡੇ ਥਿੰਕਰ ਨਹੀਂ ਪੈਦਾ ਹੋ ਰਹੇ, ਕਿਉਂਕਿ ਸਾਡੇ ਇੰਸਟੀਟਿਊਸ਼ਨ ਨਹੀਂ ਉਸ ਤਰ੍ਹਾਂ ਨਹੀਂ ਚੱਲ ਰਹੇ। ਸੋ ਇਸ ਵਿਜ਼ਨ ਦੇ ਵਿੱਚ ਛੋਟੇ ਛੋਟੇ ਐਫਰਟ, ਇਹ ਵਿਜ਼ਨ ਵੱਡਾ ਹੈ ਤੇ ਸਾਡੀ ਸਥਿਤੀ ਅਜੇ ਇਹਨੂੰ ਬਿਲਕੁਲ ਅਚੀਵ ਕਰ ਲੈਣ ਵਾਲੀ ਨਹੀਂ ਹੈ ਕਿ ਅਸੀਂ ਇੱਕਦਮ ਇਹਨੂੰ ਪ੍ਰਾਪਤ ਕਰ ਲਈਏ। ਸੋ ਸਾਨੂੰ ਛੋਟੇ ਛੋਟੇ ਐਫਰਟ ਕਰਨੇ ਚਾਹੀਦੇ ਹਨ ਤੇ ਡਿਸਕਸ਼ਨਸ ਕਰਨੀਆਂ ਚਾਹੀਦੀਆਂ ਹਨ। ਅਸੀਂ ਹੁਣ ਰੀਸੈਂਟਲੀ ਕਰਨ ਜਾ ਰਹੇ ਹਾਂ ਕਿ ਉਹਦੇ 'ਚ ਅਸੀਂ ਇੱਥੋਂ ਦੇ ਯੂਥ ਨੂੰ ਲੈ ਕੇ ਉਹਨਾਂ ਦੇ ਨਾਲ ਡਾਇਲੋਗ ਕਰਾਂਗੇ ਤੇ ਉਹ ਇੱਥੇ ਅਸੀਂ ਜਿਹੜਾ ਬਾਲ ਸਾਹਿਤ ਹੈ, ਜਿਹੜਾ ਚਿਲਡਰਨ ਲਿਟਰੇਚਰ ਹੈ ਅਮਰੀਕਾ ਦੇ ਵਿੱਚ, ਸਿੱਖ ਲਿਟਰੇਚਰ ਜਿਹੜਾ ਉਹ ਕਿਸ ਤਰ੍ਹਾਂ ਪ੍ਰੋਡਿਊਸ ਹੋਵੇ, ਇਹਦੇ ਲਈ ਛੇਤੀ ਹੋਈ ਇੱਕ ਸੈਮੀਨਾਰ ਕਰਨ ਜਾ ਰਹੇ ਹਾਂ। ਸੋ ਇਸ ਤਰ੍ਹਾਂ ਦੀਆਂ ਡਿਸਕਸ਼ਨਸ ਤੇ ਇਸ ਤਰ੍ਹਾਂ ਦੀ ਜਿਹੜੀ ਮਤਲਬ ਖੋਜ ਆ ਤੇ ਬੁੱਕਸ ਆ, ਉਹਦਾ ਕਲਚਰ ਡਿਵੈਲਪ ਕਰਨਾ ਚਾਹੀਦਾ ਜੀ। ਪ੍ਰੋਫੈਸਰ ਜਗਦੀਸ਼ ਸਿੰਘ ਜੀ, ਤੁਸੀਂ ਜੋ ਇਹ ਸਥਿਤੀ ਇਸ ਵੇਲੇ ਸਾਡੇ ਅੱਗੇ ਰੱਖੀ ਹੈ ਕਿ ਕਿਸ ਤਰ੍ਹਾਂ ਬੱਚੇ ਬਾਹਰਲੇ ਸਿਚੁਏਸ਼ਨਸ ਦੇ ਵਿੱਚ ਜੋ ਵਰਸਸ ਜੋ ਉਹਨਾਂ ਦੇ ਘਰਾਂ ਦੇ ਅੰਦਰ ਹੋ ਰਿਹਾ ਹੈ ਉਹਦੇ ਵਿੱਚ ਇਸ ਵੇਲੇ ਪਿਸ ਰਹੇ ਹੈ। ਆਈ ਕੁਡ ਨਾਟ ਐਗਰੀ ਮੋਰ। ਆਈ ਥਿੰਕ ਇਹ ਬਹੁਤ ਹੀ ਗੰਭੀਰ ਤੇ ਬਹੁਤ ਹੀ ਅਰਜੈਂਟ ਇੱਕ ਕ੍ਰਾਈਸਿਸ ਹੈਗੀ ਜਿਹਦੇ ਉੱਤੇ ਸਾਰਿਆਂ ਦਾ ਫੋਕਸ ਹੋਣਾ ਚਾਹੀਦਾ ਹੈ। ਮੈਂ ਜ਼ਰੂਰ ਇੱਥੇ ਵਿਊਅਰਸ ਨੂੰ ਦੱਸਣਾ ਚਾਹਾਂਗੀ ਕਿ ਸਕਰੀਨ 'ਤੇ ਲਿਖੀ ਹੋਈ ਵੈਬਸਾਈਟਸ ਤੁਸੀਂ ਜ਼ਰੂਰ ਨੋਟ ਕਰ ਲਓ, ਖਾਸ ਕਰਕੇ nathprakash.usa.com ਜੋ ਕਿ ਇੱਥੇ ਦੀ ਵੈਬਸਾਈਟ ਹੈਗੀ। ਪ੍ਰੋਫੈਸਰ, ਅਗਰ ਕੋਈ ਤੁਹਾਡੇ ਨਾਲ ਡਾਇਰੈਕਟਲੀ ਕਨੈਕਟ ਹੋਣਾ ਚਾਹੁੰਦਾ ਹੈ, ਵੈਬਸਾਈਟਸ ਰਾਹੀਂ ਕਨੈਕਟ ਹੋ ਸਕਦੇ ਹੈ, ਖਾਸ ਕਰਕੇ ਜਦੋਂ ਤੱਕ ਤੁਸੀਂ ਇੱਥੇ ਹਲੇ ਯੂਨਾਈਟਿਡ ਸਟੇਟਸ ਵਿੱਚ ਹੀ ਹੋ, ਲਗਭਗ ਇੱਕ ਹੋਰ ਮਹੀਨਾ ਤੁਸੀਂ ਇੱਥੇ ਹੀ ਹੋ, ਭਾਵੇਂ ਉਹ ਆਉਣ ਵਾਲੇ ਸੈਮੀਨਾਰ ਬਾਰੇ ਹੋਏ ਜਾਂ ਕੋਈ ਹੋਰ ਇਨੀਸ਼ੀਏਟਿਵਸ ਬਾਰੇ ਲੋਕੀ ਤੁਹਾਡੇ ਨਾਲ ਡਾਇਰੈਕਟਲੀ ਕਨੈਕਟ ਕਰ ਸਕਦੇ ਆ ਜੀ। ਸਾਡੀ ਵੈਬਸਾਈਟ ਦੇ ਉੱਤੇ ਤਕਰੀਬਨ ਅਸੀਂ ਜੋ ਵੀ ਅਸੀਂ ਇਵੈਂਟਸ ਕਰ ਰਹੇ ਹੋ ਲਗਾਤਾਰ ਪਾਉਂਦੇ ਹਾਂ। ਹੁਣ ਅਸੀਂ ਰੀਸੈਂਟਲੀ ਪਰਸ਼ੀਅਨ ਦੀਆਂ ਕਲਾਸਿਸ ਲੈ ਕੇ ਹਟੇ ਹਾਂ, ਤਕਰੀਬਨ 3 ਮਹੀਨੇ। ਉਹਦੇ 'ਚ ਅਸੀਂ ਜ਼ਫਰਨਾਮਾ ਤੇ ਭਾਈ ਨੰਦ ਲਾਲ ਗੋਆ ਦੀਆਂ ਜਿਹੜੀਆਂ ਗਜ਼ਲਾਂ ਦੀਵਾਨ ਉਹ ਕਰਾਇਆ ਆ। ਤੇ ਸਾਡਾ ਜਿਹੜਾ ਹੈ ਵੀ ਕਲਾਸੀਕਲ ਭਾਸ਼ਾਵਾਂ ਨਾਲ ਜਿਹੜੇ ਸਿੱਖ ਬੱਚੇ ਜੁੜਨ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਵਿਸ਼ਵ ਦਾ ਲਿਟਰੇਚਰ ਹੈ, ਜਿੱਥੇ ਜਿੱਥੇ ਹੁਣ ਸਿੱਖ ਵਰਲਡ ਵਾਈਡ ਸਾਰੇ ਦੇਸ਼ਾਂ 'ਚ ਤਕਰੀਬਨ ਬੈਠੇ ਆ,
ਉੱਥੋਂ ਦਾ ਲਿਟਰੇਚਰ ਗੁਰਮੁਖੀ ਭਾਸ਼ਾ 'ਚ ਅਨੁਵਾਦ ਕੀਤਾ ਜਾਵੇ, ਜੀ ਫਿਰ ਉਹਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਵਿਜ਼ਨ ਦੇ ਨਾਲ ਡਾਇਲੌਗ ਕੀਤਾ ਜਾਵੇ। ਇਹਦੇ ਨਾਲ ਵੀ ਸਿੱਖ ਸਭਿਅਤਾ ਦੇ ਫੈਲਾਅ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਹੋਏਗਾ। ਜੀ ਸੋ ਅਸੀਂ ਇੱਥੋਂ ਦੀ ਹਿਸਟਰੀ ਸਿੱਖ ਪਰਸਪੈਕਟਿਵ 'ਚ ਅਸੀਂ ਲਿਖੀਏ, ਇੱਥੋਂ ਦੇ ਲਿਟਰੇਚਰ ਦੀ ਹਿਸਟਰੀ ਅਸੀਂ ਆਪਣੇ ਨੁਕਤੇ ਤੋਂ ਲਿਖੀਏ। ਹਾਂਜੀ ਉਹਦੇ ਜਿਹੜੇ ਸੋਸ਼ਲ ਨਾਇਕ ਹਨ, ਪੋਲੀਟੀਕਲ ਨਾਇਕ ਹਨ ਜਾਂ ਰਿਲੀਜੀਅਸ ਨਾਇਕ ਹਨ, ਉਹਨਾਂ ਨੂੰ ਅਸੀਂ ਸਿੱਖ ਸ਼ਬਦ ਦੇ ਨੁਕਤੇ ਤੋਂ ਅਸੀਂ ਉਹਨਾਂ ਦੀਆਂ ਜੀਵਨੀਆਂ ਲਿਖੀਏ। ਜਦੋਂ ਸਾਡੇ ਬੱਚੇ ਇਸ ਤਰ੍ਹਾਂ ਲਿਖਣਗੇ ਤਾਂ ਉਹ ਇਸ ਧਰਤੀ ਦੇ ਨਾਲ ਜੁੜ ਸਕਦੇ ਤੇ ਇੱਥੋਂ ਦੇ ਵਿੱਚ ਸਾਡੀ ਰਿਪਰੈਜ਼ੈਂਟੇਸ਼ਨ ਹੋਏਗੀ। ਜਿਸ ਤਰ੍ਹਾਂ ਤੁਸੀਂ ਪਹਿਲੇ ਵੀ ਕਿਹਾ ਸੀ, ਅਸੀਂ ਨਾ ਕਿ ਸਿਰਫ ਇੱਕ ਸਪੈਕਟੇਟਰਸ ਹੋਣ ਬਟ ਪਾਰਟਿਸਿਪੈਂਟਸ ਹੋਣ, ਜੋ ਹਿਸਟਰੀ ਲਿਖੀ ਜਾ ਰਹੀ ਹੈ, ਜੋ ਬਣ ਰਹੀ ਹੈ ਅਤੇ ਜੋ ਹਿਸਟਰੀ ਪੜ੍ਹਾਈ ਜਾ ਰਹੀ ਹੈ ਬੱਚਿਆਂ ਨੂੰ ਉਹਦੇ ਵਿੱਚ। ਥੈਂਕ ਯੂ ਸੋ ਮਚ। ਅਸੀਂ ਤੁਹਾਡੇ ਤੇ ਤਹਿ ਦਿਲੋਂ ਧੰਨਵਾਦੀ ਹਾਂ ਪ੍ਰੋਫੈਸਰ ਜਗਦੀਸ਼ ਸਿੰਘ ਜੀ, ਤੁਸੀਂ ਤੁਹਾਡੀ ਪੂਰੀ ਟੀਮ ਜੋ ਕਿ ਸੰਸਥਾ ਦੇ ਵਿੱਚ ਅੰਮ੍ਰਿਤਸਰ 'ਚ ਵੀ ਅਤੇ ਇੱਥੇ ਯੂਨਾਈਟਿਡ ਸਟੇਟਸ ਵੀ ਡਟ ਕੇ ਲੱਗੀ ਹੋਈ ਹੈ ਇਨ ਕੰਮਾਂ ਦੇ ਵਿੱਚ। ਬਹੁਤ ਇੰਪੋਰਟੈਂਟ ਹੈ ਤੁਸੀਂ ਕੰਮ ਕਰ ਰਹੇ ਹੋ। ਇੱਕ ਵਾਰੀ ਫਿਰ ਵਿਊਅਰਸ ਲਈ ਵੈਬਸਾਈਟਸ ਸਕਰੀਨ 'ਤੇ ਲਿਖੀਆਂ ਹੋਈਆਂ, ਤੁਸੀਂ ਜ਼ਰੂਰ ਉਹਨਾਂ ਨੂੰ ਨੋਟ ਕਰ ਲਓ ਅਤੇ ਡਾਇਰੈਕਟਲੀ ਸੰਪਰਕ ਕਰ ਸਕਦੇ ਹੋ ਤੁਸੀਂ ਪ੍ਰੋਫੈਸਰ ਜਗਦੀਸ਼ ਸਿੰਘ ਜੀ ਨਾਲ, ਉਹਨਾਂ ਦੀ ਟੀਮ ਦੇ ਨਾਲ ਇਨ ਇਨੀਸ਼ੀਏਟਿਵਸ ਨੂੰ ਲੈ ਕੇ। ਪ੍ਰੋਫੈਸਰ ਜ਼ਰੂਰ ਸਾਡੇ ਨਾਲ ਫਿਰ ਆ ਕੇ ਜੁੜੋ। ਜਿਸ ਤਰ੍ਹਾਂ ਪਹਿਲੇ ਵੀ ਕਿਹਾ ਸੀ, ਇਹ ਟੌਪਿਕਸ ਹਾਰਡਲੀ ਇੱਕ ਪ੍ਰੋਗਰਾਮ ਦੇ ਵਿੱਚ ਕਵਰ ਹੋ ਸਕਦੇ ਆ ਅਤੇ ਤੁਹਾਡੇ ਜੋ ਵੱਖ-ਵੱਖ ਇਨੀਸ਼ੀਏਟਿਵਸ ਹਨ, ਔਨ ਗੋਇੰਗ ਇਵੈਂਟਸ ਹਨ, ਉਹਨਾਂ ਦੇ ਬਾਰੇ ਵੀ ਜਾਣਕਾਰੀ ਅਸੀਂ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਸ਼ੇਅਰ ਕਰਾਂਗੇ। ਹੁਣ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਇੱਕ ਵਾਰੀ ਫਿਰ ਨਾਦ ਪ੍ਰਕਾਸ਼ ਸੰਸਥਾ ਦੇ ਨਾਲ ਤੁਸੀਂ ਜੁੜ ਸਕਦੇ ਹੋ, ਪ੍ਰੋਫੈਸਰ ਜਗਦੀਸ਼ ਸਿੰਘ ਜੀ ਨਾਲ ਜੁੜ ਸਕਦੇ ਹੋ। ਉਹ ਯੂਨਾਈਟਿਡ ਸਟੇਟਸ ਦੇ ਵਿੱਚ ਮਈ ਤੱਕ ਹੈਗੇ ਅਤੇ ਉਹਨਾਂ ਦੇ ਵੱਖ-ਵੱਖ ਇਵੈਂਟਸ ਅਤੇ ਸਪੀਕਿੰਗ ਕਮਿਟਮੈਂਟਸ ਹਨ ਅਤੇ ਜ਼ਰੂਰ ਇਹਨਾਂ ਦੇ ਵਿੱਚ ਹਿੱਸਾ ਲਵੋ। ਇਹ ਨਾ ਕਿ ਸਿਰਫ ਕਿਸੇ ਇੱਕ ਇੰਡੀਵਿਜੂਅਲ ਦਾ ਜਾਂ ਸੰਸਥਾ ਦਾ ਮਿਸ਼ਨ ਹੈ, ਸਾਡੇ ਸਾਰਿਆਂ ਦਾ ਸਾਂਝਾ ਇਹ ਮਿਸ਼ਨ ਹੈ। ਸਾਡੇ ਸਾਰਿਆਂ ਦਾ ਸਾਂਝਾ ਇੱਕ ਕੰਸਰਨ ਹੋਣਾ ਚਾਹੀਦਾ ਹੈ। ਸੋ ਇਸ ਪ੍ਰੋਗਰਾਮ ਨੂੰ ਲੈ ਕੇ ਸਾਡੇ ਲਈ, ਪ੍ਰੋਫੈਸਰ ਜਗਦੀਸ਼ ਜੀ ਲਈ ਜਾਂ ਸੰਸਥਾ ਦੇ ਲਈ, ਅਗਰ ਤੁਹਾਡੇ ਕੋਲ ਕੋਈ ਕੁਐਸਚਨਸ, ਕਮੈਂਟਸ, ਕੰਸਰਨਸ ਹਨ, ਤੁਸੀਂ ਜ਼ਰੂਰ ਸਾਨੂੰ ਲਿਖ ਸਕਦੇ ਹੋ info@justbroadcasting.com, ashmita@justbroadcasting.com। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।